ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਦ ਨਵਜੋਤ ਢਿੱਲੋਂ ਸ਼ੋਅ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਲਾਕਾਤ ਤੁਹਾਡੇ ਨਾਲ ਹੋਣ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਜਿਵੇਂ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਕਿਸੇ ਦਿਨ ਤੁਹਾਡੇ ਨਾਲ ਗੱਲਬਾਤ ਜਿਹੜੀ ਕੀਤੀ ਜਾਵੇ ਉਹਦੇ ਵਿੱਚ ਕੋਈ ਨਾ ਕੋਈ ਵਿਚਾਰ ਜ਼ਰੂਰ ਰੱਖਿਆ ਜਾਵੇ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਪਰਪਸ ਇਹੀ ਹੈ ਕਿ ਵਿਚਾਰਾਂ ਦਾ ਆਦਾਨ ਪ੍ਰਦਾਨ ਹੈ, ਵਿਚਾਰਾਂ ਦਾ ਵਟਾਂਦਰਾ ਹੈ। ਅਤੇ ਨਾਲ ਜਿਵੇਂ ਪਿਛਲੇ ਸਾਲ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਹੜਾ ਐਕਸੈਪਟ ਦਾ ਐਕਰੋਨਿਮ ਇੱਕ ਕੌਨਸੈਪਟ ਤੁਹਾਡੇ ਲਈ ਪੇਸ਼ ਕੀਤਾ ਹੋਇਆ ਕਿ ਅਵੇਅਰਨੈਸ ਹੋਣੀ ਚਾਹੀਦੀ ਹੈ, ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਅਸੀਂ ਕੌਨਫੀਡੈਂਸ ਗੇਨ ਕਰਦੇ ਹਾਂ ਐਂਡ ਉਹਦੇ ਨਾਲ ਐਮਪਾਵਰ ਵੀ ਮਹਿਸੂਸ ਕਰਦੇ ਹਾਂ। ਪੋਜ਼ੀਟਿਵ ਪਰਸਪੈਕਟਿਵ ਜਿਹੜਾ ਹੈ ਉਹ ਦੇਖਣ ਨੂੰ ਸਾਨੂੰ ਮਿਲਦਾ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਜਦੋਂ ਅਸੀਂ ਇਹ ਸਟੈਪਸ ਜਿਹੜੇ ਇਹ ਕਦਮ ਆ ਇਹਨਾਂ 'ਤੇ ਚੱਲ ਰਹੇ ਹਾਂ, ਕਦੋਂ ਸਾਡੀ ਜ਼ਿੰਦਗੀ ਟਰਾਂਸਫਾਰਮ ਹੋ ਜਾਂਦੀ ਹੈ। ਅੱਜ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਆ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਨਾ ਚਾਹੁੰਦੀ ਹਾਂ, ਇੱਕ ਵਿਚਾਰ ਰੱਖਣਾ ਚਾਹੁੰਦੀ ਹਾਂ। ਉਹ ਹੈ ਐਜੂਕੇਸ਼ਨ ਬਾਰੇ, ਵਿੱਦਿਆ ਬਾਰੇ। ਕਿਸੇ ਨੇ ਕਿਹਾ ਸੀ, ਕਹਿੰਦੇ ਕਿ ਵਿੱਦਿਆ ਦੀਆਂ ਜੜ੍ਹਾਂ ਕੌੜੀਆਂ ਹੁੰਦੀਆਂ ਪਰ ਇਸ ਦਾ ਜਿਹੜਾ ਫਲ ਹੈ ਉਹ ਬਹੁਤ ਮਿੱਠਾ ਹੁੰਦਾ ਹੈ। ਅਤੇ ਜਿਸ ਸ਼ਖਸੀਅਤ ਨੂੰ ਅੱਜ ਮੈਂ ਤੁਹਾਡੀ ਰੂਬਰੂ ਕਰਨ ਜਾ ਰਹੀ ਹਾਂ ਉਹ ਕੁਝ ਇਹਨਾਂ ਗੱਲਾਂ ਦਾ ਹੀ ਸਬੂਤ ਪੇਸ਼ ਕਰ ਰਹੇ ਨੇ। ਉਹ ਇੱਕ ਐਜੂਕੇਟਰ ਨੇ ਅਤੇ ਨਾਲ ਉਹ ਕਾਉਂਸਲਿੰਗ ਕਰਦੇ ਰਹੇ ਨੇ। ਲੰਬਾ ਸਮਾਂ ਉਹਨਾਂ ਨੇ ਟੀਚਿੰਗ ਦੇ ਫੀਲਡ ਦੇ ਵਿੱਚ ਕੰਮ ਕੀਤਾ ਹੈ। ਕਮਿਊਨਿਟੀ ਦੇ ਵਿੱਚ ਵਿਚਰਦੇ ਨੇ, ਬਹੁਤ ਸਾਰੇ ਲੋਕ ਉਹਨਾਂ ਦੇ ਨਾਮ ਤੋਂ ਵਾਕਫ ਨੇ। ਮੈਂ ਜ਼ਿਕਰ ਕਰ ਰਹੀ ਹਾਂ ਸਾਇਮਾ ਨਾਜ਼ ਹੋਣਾ ਦਾ। ਸਾਇਮਾ ਨਾਜ਼ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਮਹਿਮਾਨ ਹੋਣਗੇ। ਜਦੋਂ ਮੈਂ ਐਜੂਕੇਟਰ ਹੋਣ ਦੀ ਗੱਲ ਕਰ ਰਹੀ ਹਾਂ, ਇਨੋਵੇਸ਼ਨ, ਐਜੂਕੇਸ਼ਨ ਦੇ ਵਿੱਚ ਕੁਝ ਵਿਲੱਖਣ ਕਰਨਾ, ਕੁਝ ਨਵਾਂ ਕਰਨਾ, ਇਹ ਇਹਨਾਂ ਦਾ ਅੰਦਾਜ਼ ਹੈ। ਇਸ ਤੋਂ ਇਲਾਵਾ ਇਹ ਐਜੂਕੇਸ਼ਨ ਸਿਸਟਮ ਦੇ ਲਈ ਕੰਮ ਕਰਦੇ ਨੇ ਕਿ ਐਜੂਕੇਸ਼ਨ ਸਿਸਟਮ ਨੂੰ ਰੈਵੋਲਿਊਸ਼ਨਾਈਜ਼ ਕੀਤਾ ਜਾਣਾ ਚਾਹੀਦਾ। ਬੜੀ ਵਾਰੀ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਕਿ ਐਜੂਕੇਸ਼ਨ ਸਿਸਟਮ ਸਾਨੂੰ ਕਿਹੋ ਜਿਹੇ ਇਨਸਾਨ ਬਣਾ ਰਿਹਾ ਹੈ, ਸ਼ਾਇਦ ਅਸੀਂ ਉਹਦੇ ਬਾਰੇ ਬਹੁਤਾ ਜ਼ਿਆਦਾ ਕਲੀਅਰ ਨਹੀਂ ਹੈਗੇ। ਸਾਇਮਾ ਨਾਜ਼ ਉਹਨਾਂ ਨੇ ਆਪਣੀ ਜ਼ਿੰਦਗੀ ਕਿੱਥੋਂ ਸ਼ੁਰੂ ਕੀਤੀ, ਕਿੱਥੇ ਤੱਕ ਪਹੁੰਚੇ ਨੇ, ਕਿੱਧਰ ਨੂੰ ਲੈ ਕੇ ਜਾਣਾ ਚਾਹੁੰਦੇ ਨੇ। ਬਹੁਤ ਸਾਰੀਆਂ ਗੱਲਾਂ ਜਦੋਂ ਅੱਜ ਤੁਸੀਂ ਉਹਨਾਂ ਦੀਆਂ ਸੁਣੋਗੇ, ਇਹਦੇ ਦੌਰਾਨ ਕੁਝ ਨਾ ਕੁਝ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਇਹ ਗੱਲਾਂ ਤਾਂ ਤੁਹਾਡੀ ਜ਼ਿੰਦਗੀ ਦੇ ਨਾਲ ਵੀ ਰਿਲੇਟਡ ਨੇ। ਸੋ ਆਓ ਸਵਾਗਤ ਕਰਦੇ ਹਾਂ, ਆਪਣੇ ਨਾਲ ਸ਼ਾਮਿਲ ਕਰਦੇ ਹਾਂ ਸਾਇਮਾ ਨਾਜ਼ ਹੋਣਾ ਨੂੰ। ਸਾਇਮਾ, ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਨੂੰ। ਥੈਂਕ ਯੂ ਸੋ ਮਚ ਨਵਜੀਤ, ਬਹੁਤ ਹੀ ਅੱਛਾ ਲੱਗਿਆ ਤੁਹਾਡੇ ਨਾਲ ਇਹ ਗੱਲਬਾਤ ਕਰਨ ਦਾ ਐਂਡ ਟੂ ਹੈਵ ਦਿਸ ਓਪਰਚੁਨਿਟੀ। ਸੋ ਥੈਂਕ ਯੂ ਸੋ ਮਚ। ਆਈਵ ਲਿਸਨਡ ਟੂ ਯੂ ਔਨ ਦ ਰੇਡੀਓ, ਕਾਫੀ ਤੁਹਾਨੂੰ ਸੁਣਦੇ ਰਹੇ ਹਾਂ ਪਹਿਲਾਂ ਵੀ। ਸੋ ਯੂ ਨੋ ਵੈਰੀ ਗ੍ਰੇਟਫੁਲ ਕਿ ਹੁਣ ਮੌਕਾ ਮਿਲ ਰਿਹਾ ਕਿ ਤੁਹਾਡੇ ਨਾਲ ਬੈਠ ਕੇ ਗੱਲਬਾਤ ਥੋੜ੍ਹੀ ਜਿਹੀ ਕਰੀਏ। ਜਿੰਨੀ ਵਾਰ ਵੀ ਆਪਣੀ ਗੱਲ ਹੋਈ ਆ, ਚਾਹੇ ਤੁਸੀਂ ਕਈ ਪ੍ਰਮੋਸ਼ਨਲ ਸੈਗਮੈਂਟਸ ਦੇ ਦੌਰਾਨ ਮੇਰੇ ਨਾਲ ਗੱਲਬਾਤ ਕਰਦੇ ਰਹੇ ਹੋ ਜਾਂ ਕਮਿਊਨਿਟੀ ਦੇ ਨਾਲ ਜੁੜੇ ਇਸ਼ੂਜ਼ ਦੇ ਉੱਤੇ, ਕੁਝ ਪੋਜ਼ੀਟਿਵ ਵਾਈਬਸ ਤੁਸੀਂ ਆਲਵੇਜ਼ ਛੱਡ ਕੇ ਜਾਂਦੇ ਰਹੇ ਹੋ। ਹਰ ਵੇਲੇ ਹੱਸਦੇ ਰਹਿਣਾ, ਮੁਸਕਰਾਉਂਦੇ ਰਹਿਣਾ ਅਤੇ ਇਸੇ ਅੰਦਾਜ਼ ਦੇ ਵਿੱਚ ਅੱਗੇ ਵੱਧਦੇ ਜਾਣਾ। ਇਹ ਮੈਨੂੰ ਤੁਹਾਡਾ ਅੰਦਾਜ਼ ਚੰਗਾ ਲੱਗਦਾ। ਇਹ ਕਿਸ ਤਰ੍ਹਾਂ ਪੋਸੀਬਲ ਹੁੰਦਾ ਕਿ ਹਰ ਵੇਲੇ ਕੋਈ ਮੁਸਕਰਾਉਂਦਾ ਹੀ ਰਹੇ? ਆਈਮ ਨਾਟ ਸ਼ੋਰ, ਲੇਕਿਨ ਆਈ ਥਿੰਕ ਇਹ ਕੁਆਲਿਟੀ ਮੈਨੂੰ ਆਪਣੀ ਮਦਰ ਤੋਂ ਮਿਲੀ ਹੈਗੀ ਆ। ਮਮ ਹਮੇਸ਼ਾ ਜਿੰਨੀ ਵੀ ਮੁਸ਼ਕਿਲ ਆਈ ਉਹਨਾਂ ਨੇ ਹੋਪ ਨੂੰ ਨਹੀਂ ਛੱਡਿਆ। ਸੋ ਉਹਨਾਂ ਦੇ ਚਿਹਰੇ ਦੇ ਉੱਤੇ ਹਮੇਸ਼ਾ ਮੁਸਕਰਾਹਟ ਹੀ ਰਹਿੰਦੀ ਸੀ। ਸੋ ਆਈ ਥਿੰਕ ਜਿਹੜੇ ਸਾਡੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਟੀਚਰ ਹੁੰਦੇ ਆ ਉਹ ਸਾਡੇ ਮਦਰ ਹੀ ਹੁੰਦੇ ਨੇ। ਸੋ ਆਈ ਥਿੰਕ ਇਹ ਗੱਲ ਮੈਂ ਉਹਨਾਂ ਤੋਂ ਹੀ ਸਿੱਖੀ ਹੈ। ਐਂਡ ਦੈਟ ਡਜ਼ਨਟ ਮੀਨ ਕਿ ਮੈਂ ਹਮੇਸ਼ਾ ਖੁਸ਼ ਹਾਂ। ਆਈ ਮੀਨ ਜ਼ਿੰਦਗੀ ਦੇ ਵਿੱਚ ਅਪਸ ਐਂਡ ਡਾਊਨਸ ਤੇ ਆਉਂਦੇ ਰਹਿੰਦੇ ਨੇ, ਬਟ ਆਈ ਥਿੰਕ ਕਿ ਜੇ ਇਨਸਾਨ ਇਸ ਗੱਲ ਨੂੰ ਫੜ ਕੇ ਰੱਖੇ ਕਿ ਜੇ ਰਾਤ ਹੈ ਤੇ ਸਵੇਰੇ ਨੇ ਆਉਣਾ ਹੈ, ਤੇ ਜੇ ਸਵੇਰਾ ਹੈ ਤੇ ਫਿਰ ਰਾਤ ਨੇ ਵੀ ਆਉਣਾ ਹੈ, ਤੇ ਜਦੋਂ ਸਾਨੂੰ ਇਹ ਐਕਸੈਪਟ ਹੋ ਜਾਵੇ ਗੱਲ ਕਿ ਡਿਫਿਕਲਟੀਜ਼ ਪਾਰਟ ਆਫ ਲਾਈਫ, ਤੇ ਆਈ ਥਿੰਕ ਥੋੜਾ ਜਿਹਾ ਜ਼ਿੰਦਗੀ ਆਪਣੇ ਆਪ ਆਸਾਨ ਹੋ ਜਾਂਦੀ ਹੈ ਤੇ ਫਿਰ ਮੁਸਕਰਾਣਾ ਵੀ ਆ ਜਾਂਦਾ। ਐਜੂਕੇਸ਼ਨ ਦਾ ਫੀਲਡ ਤੁਸੀਂ ਕਿਵੇਂ ਚੁਣਿਆ? ਐਜੂਕੇਸ਼ਨ ਦਾ ਫੀਲਡ ਐਕਚੁਅਲੀ ਇਹ ਲਾਈਕ ਇਹ ਸਭ ਤੁਸੀਂ ਜਦੋਂ ਤੱਕ ਮੈਨੂੰ ਪਤਾ ਹੈ ਸਾਡੀ 3rd ਜਨਰੇਸ਼ਨ ਐਜੂਕੇਸ਼ਨ ਫੀਲਡ ਦੇ ਵਿੱਚ ਹੈ। ਸੋ ਈਵਨ ਦੋ ਮੇਰੇ ਦਾਦਾ ਜੀ ਲਾਅ ਪ੍ਰੈਕਟਿਸ ਕਰਦੇ ਸੀ, ਪਰ ਉਹ ਪੜ੍ਹਾਉਂਦੇ ਵੀ ਸੀਗੇ। ਬੜਾ ਉਹਨਾਂ ਨੂੰ ਸ਼ੌਕ ਸੀ, ਉਹਨਾਂ ਨੇ ਸਕੂਲ ਵੀ ਬਣਾਇਆ ਸੀ ਪਾਕਿਸਤਾਨ ਦੇ ਵਿੱਚ। ਫਿਰ ਉਸ ਤੋਂ ਬਾਅਦ 'ਚ ਜੀ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਵੀ ਟੀਚਰ ਸੀ ਪਾਕਿਸਤਾਨ ਦੇ ਵਿੱਚ। ਐਂਡ ਦੈਨ ਫਿਰ ਤੀਜੀ ਜਨਰੇਸ਼ਨ ਅਸੀਂ ਆਏ। ਸੋ ਅਸੀਂ ਵੀ ਟੀਚਿੰਗ ਦੇ ਵਿੱਚ ਹੀ ਮੂਵ ਫੋਰਵਰਡ ਕੀਤਾ। ਪਾਕਿਸਤਾਨ ਦਾ ਤੁਸੀਂ ਜ਼ਿਕਰ ਕੀਤਾ, ਪਾਕਿਸਤਾਨ ਤੋਂ ਕਦੋਂ ਤੁਸੀਂ ਕੈਨੇਡਾ ਆਏ? ਜੀ ਪੈਦਾਇਸ਼ ਮੇਰੀ ਪਾਕਿਸਤਾਨ ਲਾਹੌਰ ਦੇ ਵਿੱਚ ਹੋਈ।
ਐਂਡ ਅਸੀਂ ਮੇਰੇ ਫਾਦਰ ਸਾਹਿਬ 1986 ਦੇ ਵਿੱਚ 85 ਦੇ ਵਿੱਚ ਪਾਕਿਸਤਾਨ ਨੂੰ ਛੱਡ ਕੇ ਕੈਨੇਡਾ ਵੱਲ ਆ ਗਏ ਤੇ ਅਰਾਊਂਡ 88 89 ਦੇ ਵਿੱਚ ਅਸੀਂ ਇੱਥੇ ਕੈਨੇਡਾ ਮੂਵ ਹੋ ਗਏ ਐਂਡ ਪਹਿਲੋਂ ਅਸੀਂ ਮੌਂਟਰੀਅਲ ਕੁਝ ਸਾਲ ਰਹੇ ਹੈਗੇ ਆ ਐਂਡ ਦੈਨ ਆਈ ਥਿੰਕ ਜਦੋਂ ਮੈਂ 3rd ਗ੍ਰੇਡ ਦੇ ਵਿੱਚ ਸੀ ਕਹਿ ਸਕਦੇ ਜੀ ਤੁਸੀਂ ਮੈਂ 8 ਸਾਲ ਦੀ ਸੀ ਉਦੋਂ ਸਾਡੀ ਸਾਰੀ ਫੈਮਿਲੀ ਦੇ ਵੈਨਕੂਵਰ ਵੱਲ ਸਰੀ ਦੇ ਵਿੱਚ ਮੂਵ ਹੋ ਗਏ ਸੋ 7-8 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੱਥੇ ਕੈਨੇਡਾ ਆ ਗਏ ਪਰ ਜਦੋਂ ਮੈਂ ਤੁਹਾਡੀ ਪੰਜਾਬੀ ਸੁਣਦੀ ਹਾਂ ਮੈਨੂੰ ਕਦੇ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਕਿ ਇਹ ਤੁਹਾਨੂੰ ਇੰਨਾ ਸਮਾਂ ਹੋ ਗਿਆ ਪਾਕਿਸਤਾਨ ਤੋਂ ਆਇਆ ਇਹ ਇੰਨੀ ਸੋਹਣੀ ਇੰਨੀ ਖੂਬਸੂਰਤ ਪੰਜਾਬੀ ਇੱਕ ਤੁਹਾਡਾ ਥੋੜ੍ਹਾ ਅੰਦਾਜ਼ ਲਾਹੌਰ ਵਾਲਿਆਂ ਦਾ ਵੱਖਰਾ ਹੈ ਜਿਹੜਾ ਬਹੁਤ ਮਿੱਠਾ ਮਿੱਠਾ ਜਿਹਾ ਲੱਗਦਾ ਪੰਜਾਬੀ ਪੜ੍ਹੇ ਲਿਖੇ ਤੁਸੀਂ ਇੱਥੇ ਆ ਕੇ ਜਾਂ ਕਿਵੇਂ ਨਹੀਂ ਬਸ ਪੰਜਾਬੀ ਬੋਲਣੀ ਇੱਥੇ ਇਸ ਕਰਕੇ ਸਿੱਖੀ ਕਿਉਂਕਿ ਸਾਡੀ ਦਾਦੀ ਜੀ ਅੰਮੀ ਸਾਰੇ ਪੰਜਾਬੀ ਘਰ ਦੇ ਵਿੱਚ ਬੋਲਦੇ ਸੀ ਸੋ ਉਹਨਾਂ ਦੇ ਨਾਲ ਪੰਜਾਬੀ 'ਚ ਗੱਲ ਹੁੰਦੀ ਸੀ ਪਲੱਸ ਅਸੀਂ ਸਰੀ ਦੇ ਵਿੱਚ ਹੀ ਪਲੇ ਬੜੇ ਹਾਂ ਸੋ ਆਪਣੀ ਪੰਜਾਬੀ ਕਮਿਊਨਿਟੀ ਕਾਫੀ ਮਾਸ਼ਾਅੱਲਾ ਇੱਥੇ ਵੱਡੀ ਹੈਗੀ ਹੈ ਸੋ ਉਹਨਾਂ ਦੇ ਨਾਲ ਗੱਲਬਾਤ ਪੰਜਾਬੀ 'ਚ ਕਰਦੇ ਰਹੇ ਐਂਡ ਫਿਰ ਜਿਹੜਾ ਕੰਮ ਵੀ ਮੈਂ ਕਰਦੀ ਸੀ ਜ਼ਿਆਦਾਤਰ ਆਪਣੀ ਕਮਿਊਨਿਟੀ ਦੇ ਨਾਲ ਕਰਦੀ ਸੀ ਤੇ ਉਹਦੇ ਵਿੱਚ ਪੰਜਾਬੀ ਆਉਣੀ ਬਹੁਤ ਜ਼ਰੂਰੀ ਸੀ ਸੋ ਆਈ ਥਿੰਕ ਇਹ ਲੱਕ ਦੇ ਨਾਲ ਹੀ ਬਸ ਪੰਜਾਬੀ ਸਾਡੇ ਨਾਲ ਚੱਲਦੀ ਗਈ ਐਂਡ ਆਮ ਸੋ ਗ੍ਰੇਟਫੁਲ ਬਿਕਾਜ਼ ਆਈ ਥਿੰਕ ਉਹਦੇ ਵਿੱਚੋਂ ਆਈਵ ਲਰਨਡ ਸੋ ਮਚ ਕਿਉਂਕਿ ਜਦੋਂ ਤੁਹਾਨੂੰ ਕਿਸੇ ਦੀ ਆਪਣੀ ਲੈਂਗੁਏਜ ਆਉਂਦੀ ਹੈ ਤਾਂ ਤੁਹਾਨੂੰ ਸੋਚ ਦੀ ਵੀ ਸਮਝ ਆ ਜਾਂਦੀ ਹੈ ਸੋ ਆਈ ਗੈਸ ਇਟ ਵਾਸ ਜਸਟ ਪ੍ਰੈਕਟਿਸਿੰਗ ਐਟ ਹੋਮ ਐਂਡ ਇੰਗਲਿਸ਼ ਤੇ ਆਈ ਜਾਣੀ ਸੀ ਕਿਉਂਕਿ ਇੱਥੇ ਅਸੀਂ ਸਕੂਲਾਂ ਦੇ ਵਿੱਚ ਇੰਗਲਿਸ਼ ਹੀ ਪੜ੍ਹੇ ਹਾਂ ਹੋਰ ਤੁਹਾਡੇ ਜਿਹੜੇ ਸਿਬਲਿੰਗਸ ਸੀ ਤੁਹਾਡੇ ਤੋਂ ਵੱਡੇ ਛੋਟੇ ਕੌਣ ਹੈ ਪਰਿਵਾਰ ਦੇ ਵਿੱਚ ਜੀ ਅਸੀਂ 4 ਭੈਣਾਂ ਹੈਗੀਆਂ ਸੋ 4 ਸਿਸਟਰਸ ਮੈਂ ਸਭ ਤੋਂ ਵੱਡੀ ਹਾਂ ਤੇ ਫਿਰ ਮੇਰੇ ਤੋਂ 3 ਛੋਟੀਆਂ ਭੈਣਾਂ ਨੇ ਜਿਹੜੀ ਮੇਰੀ ਸਭ ਤੋਂ ਛੋਟੀ ਸਿਸਟਰ ਹੈ ਉਹ ਮੇਰੇ ਤੋਂ 10 ਸਾਲ ਦਾ ਸਾਡਾ ਫਰਕ ਹੈ ਸੋ ਯਾ ਇਟ ਵਾਸ ਜਸਟ 4 ਸਿਸਟਰਸ ਐਂਡ ਮਮ ਐਂਡ ਡੈਡ ਤੇ ਫਿਰ ਮੇਰੀ ਦਾਦਾ ਜੀ ਤੇ ਦਾਦੀ ਮਾਂ ਆਈ ਥਿੰਕ 1993 ਦੇ ਵਿੱਚ ਦਾਦੀ ਮਾਂ ਦਾਦਾ ਬੂ ਸਾਡੇ ਕੋਲ ਆ ਗਏ ਫਿਰ ਕਾਫੀ ਸਮਾਂ ਸਾਡੇ ਨਾਲ ਰਹੇ ਐਂਡ ਦੈਨ ਫਿਰ ਮੇਰੇ ਚਾਚਾ ਜੀ ਵੀ ਆ ਗਏ ਫਿਰ ਉਹ ਟੋਰਾਂਟੋ ਚਲੇ ਗਏ ਸੋ ਯੂਜੂਅਲੀ ਇਟ ਵਾਸ ਜਸਟ ਮਾਈ ਮਮ ਮਾਈ ਡੈਡ ਐਂਡ ਅਸੀਂ 4 ਭੈਣਾਂ ਸੋ ਇਸ ਤਰ੍ਹਾਂ ਜ਼ਿੰਦਗੀ ਸਾਡੀ ਇੱਥੇ ਗੁਜ਼ਰੀ ਐਂਡ ਪੜ੍ਹਾਈ ਸਾਡੀ ਐਲੀਮੈਂਟਰੀ ਸਕੂਲ ਦੀ ਵੀ ਪੜ੍ਹਾਈ ਇੱਥੇ ਹੋਈ ਹਾਈ ਸਕੂਲ ਦੀ ਵੀ ਪੜ੍ਹਾਈ ਇੱਥੇ ਹੋਈ ਫਿਰ ਕੁਝ ਸਮੇਂ ਵਾਸਤੇ ਮੈਂ ਟੋਰਾਂਟੋ ਚਲੀ ਗਈ ਅਬਾਊਟ 1 ਸਾਲ ਦਾਦਾ ਜੀ ਕੋ ਦਾਦੀ ਮਾਂ ਕੋ ਫਿਰ ਇੱਥੇ ਆ ਕੇ ਆਪਣੀ ਬਾਕੀ ਫਾਰਮਲ ਐਜੂਕੇਸ਼ਨ ਕੰਪਲੀਟ ਕੀਤੀ ਐਂਡ ਇਸੇ ਤਰ੍ਹਾਂ ਬਸ ਟਾਈਮ ਦਾ ਪਤਾ ਹੀ ਨਹੀਂ ਚੱਲਿਆ ਕਿ ਹੁਣ ਅਸੀਂ 2022 ਚ ਬੈਠੇ ਹੈਗੇ ਆ ਐਂਡ ਆਈ ਐਮ expecting a baby so I'm sitting at my 33 weeks so inshallah February the end to like March ਦੇ ਵਿੱਚ ਮੇਰਾ first child ਪੈਦਾ ਹੋਏਗਾ inshallah and so ਕਿਦੋਂ ਬਚਪਨ ਤੋਂ ਮਮ ਦੇ ਨਾਲ ਟਾਈਮ ਸਪੈਂਡ ਕਰਦੇ ਇਸ ਮੌਕੇ ਤੇ ਆ ਗਏ ਕਿ ਹੁਣ ਅਸੀਂ ਖੁਦ ਮਦਰ ਬਣਨਾ ਹੈਗਾ so it's ਲਾਈਫ ਦਾ ਸਾਈਕਲ ਆ ਜੋ ਚੱਲਦਾ ਕੰਗ੍ਰੈਚੁਲੇਸ਼ਨਸ ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਮੈਂ ਤੁਹਾਡੇ ਨਾਲ ਤੁਸੀਂ ਖੈਰ ਆਪਣੇ ਵੱਲੋਂ ਇਹ ਗੱਲ ਸ਼ੇਅਰ ਕੀਤੀ ਹੈ ਕਿ ਬੇਬੀ ਜਲਦੀ ਇਸ ਦੁਨੀਆ ਦੇ ਵਿੱਚ ਆਉਣ ਵਾਲਾ ਹੈ ਤੁਸੀਂ 4 ਭੈਣਾਂ ਦਾ ਮੈਂਸ਼ਨ ਕੀਤਾ ਜਿਸ ਪਰਿਵਾਰ ਦੇ ਵਿੱਚ 4 ਕੁੜੀਆਂ ਹੋਣ ਮੈਂ ਬਹੁਤ ਸਾਰੇ ਇੰਟਰਵਿਊਜ਼ ਪਹਿਲਾਂ ਵੀ ਕੀਤੇ ਆ ਬੜੀਆਂ ਔਰਤਾਂ ਨੇ ਮੇਰੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸੈਗਮੈਂਟ ਚੱਲਦਾ ਵੰਡਰਫੁਲ ਵੂਮੈਨਸ ਵੈਨਸਡੇ ਮੈਂ ਖਾਸ ਕਰਕੇ ਬੁੱਧਵਾਰ ਹੀ ਕਰਦੀ ਹੁੰਦੀ ਸੀ ਅੱਜ ਵੀ ਸਬੱਬ ਦੇ ਨਾਲ ਬੁੱਧਵਾਰ ਹੀ ਆਪਾਂ ਇਹ ਗੱਲਬਾਤ ਕਰ ਰਹੇ ਹਾਂ ਬਹੁਤ ਵਾਰੀ ਔਰਤਾਂ ਨੇ ਜਾਂ ਕੁੜੀਆਂ ਨੇ ਇਹ ਗੱਲ ਕੀਤੀ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਮਾਹੌਲ ਕਿਹੋ ਜਿਹਾ ਸੀ ਕਈ ਵਾਰੀ ਤਾਂ ਇਹ ਸੀ ਕਿ ਜੇ ਵੱਧ ਕੁੜੀਆਂ ਸੀ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਬਣ ਜਾਂਦਾ ਸੀ ਕਿ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਆਪ ਨੂੰ ਐਜੂਕੇਟ ਕਰਨਾ ਜਾਂ ਤੁਸੀਂ ਸੁਸਾਇਟੀ ਦੇ ਵਿੱਚ ਵਿਚਰਨਾ ਹੈਗਾ ਅਤੇ ਕਈ ਵਾਰੀ ਇਹ ਹੁੰਦਾ ਸੀ ਕਿ ਬਹੁਤ ਜਿਹੜਾ ਪ੍ਰੋਟੈਕਟਿਵ ਮਾਹੌਲ ਬਣ ਜਾਂਦਾ ਸੀ ਜਾਂ ਬਹੁਤ ਸਾਰੀਆਂ ਔਬਸਟੀਕਲਸ ਆਉਣੀਆਂ ਸੀ ਇਸ ਕਰਕੇ ਕਿਉਂਕਿ ਤੁਸੀਂ ਹੈ ਹੀ ਸਾਰੀਆਂ ਕੁੜੀਆਂ ਸੀ ਮੈਂ ਤੁਹਾਡਾ ਐਕਸਪੀਰੀਅੰਸ ਜਾਣਨਾ ਚਾਹੁੰਦੀ ਹਾਂ ਜਸਟ ਕਿਊਰੀਅਸ ਬਿਕੋਜ਼ ਇੱਧਰ ਸਾਡੇ ਵਾਲੇ ਪਾਸੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਸਟੋਰੀਜ਼ ਹੁੰਦੀਆਂ ਸੀ ਹਿੰਦੁਸਤਾਨ ਵਾਲੇ ਪੰਜਾਬ ਦੇ ਵਿੱਚ ਖੈਰ ਤੁਹਾਡੀ ਜਿਹੜੀ ਬੈਕਗਰਾਊਂਡ ਸੀ ਉਹ ਤੁਸੀਂ ਪਾਕਿਸਤਾਨ ਤੋਂ ਆਏ ਸੀ ਪਰ ਫੋਰਚੂਨੇਟਲੀ ਤੁਸੀਂ ਕੈਨੇਡਾ 'ਚ ਆ ਗਏ ਉਸ ਵੇਲੇ ਜਦੋਂ ਬਹੁਤ ਤੁਸੀਂ ਹਾਲੇ ਛੋਟੇ ਸੀ ਤੁਹਾਡੀਆਂ ਭੈਣਾਂ ਵੀ ਛੋਟੀਆਂ ਸੀ ਸੋ 4 ਭੈਣਾਂ ਹੋਣ ਦਾ ਕੋਈ ਨੁਕਸਾਨ ਜਾਂ ਫਾਇਦਾ ਤੁਹਾਨੂੰ ਹੋਇਆ ਹੋਵੇ Yeah, it's such a good question. And, even though ਸਾਡੇ borders ਅਲੱਗ ਨੇ ਇੰਡੀਆ ਪਾਕਿਸਤਾਨ ਇਸ ਗੱਲ ਨੂੰ ਲੈ ਕੇ ਕੁੜੀਆਂ ਨੂੰ ਕਿਵੇਂ ਟਰੀਟ ਕਰਨਾ ਆਈ ਥਿੰਕ ਉੱਥੇ ਕਾਫੀ ਇੱਕ ਸਿਮਿਲੈਰਿਟੀ ਹੈ ਕਿਉਂਕਿ ਸਾਡਾ ਕਲਚਰਲ ਪੈਟਰੀਆਰਕਲ ਜਿਹੜਾ ਕਲਚਰ ਹੈ ਉਹ ਉਸੇ ਤਰ੍ਹਾਂ ਹੀ ਚੱਲਦਾ ਹੈਗਾ ਲੇਕਿਨ ਇੱਥੇ ਮੈਂ ਜ਼ਰੂਰ ਕਹਾਂਗੀ ਕਿ ਮੈਨੂੰ ਆਪਣੀ ਪ੍ਰਿਵਿਲੇਜ ਦਾ ਨਹੀਂ ਸੀ ਪਤਾ ਜਦੋਂ ਤੱਕ ਮੈਂ ਵੱਡੀ ਨਹੀਂ ਹੋਈ ਰਾਈਟ ਲਾਈਕ
I think this is luck of the draw again ਕਿ ਜਿਹੜੇ ਮੇਰੇ ਫਾਦਰ ਸਾਹਿਬ ਨੇ ਮੇਰੇ ਅੱਬੂ ਉਹਨਾਂ ਨੇ ਕਦੀ ਵੀ ਸਾਨੂੰ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਸੀ ਕਿ ਤੁਸੀਂ ਕੁੜੀਆਂ ਜੇ ਤੁਸੀਂ ਕਰ ਹੀ ਨਹੀਂ ਸਕਦੀਆਂ ਐਂਡ ਫਿਰ ਜਦੋਂ ਘਰ ਦੇ ਵਿੱਚ ਉਹ ਕਦੀ ਗੱਲ ਹੀ ਨਹੀਂ ਹੋਈ ਜਦੋਂ ਅਸੀਂ ਉਹਨੂੰ ਮਹਿਸੂਸ ਹੀ ਨਹੀਂ ਕੀਤਾ ਤੇ ਸਾਨੂੰ ਲੱਗਦਾ ਸੀ ਕਿ ਦਿਸ ਇਜ਼ ਨਾਰਮਲ ਸੋ ਕਈ ਵਾਰੀ ਜਦੋਂ ਦੂਸਰੀਆਂ ਕੁੜੀਆਂ ਇਸ ਤਰ੍ਹਾਂ ਗੱਲ ਕਰਦੀਆਂ ਸੀ ਮੈਨੂੰ ਬਹੁਤ ਹੌਟ ਤਰ੍ਹਾਂ ਲੱਗਦਾ ਸੀ ਪਰ ਮੈਨੂੰ ਲੇਟਰ ਔਨ ਸਮਝ ਲੱਗੀ ਕਿ ਜੋ ਮੇਰਾ ਐਕਸਪੀਰੀਅੰਸ ਆ ਉਹ ਐਕਚੁਅਲੀ ਨਾਰਮਲ ਨਹੀਂ ਹੈਗਾ right because I think ਕਿ ਮੇਰੀ ਜਿਹੜੀ ਸਭ ਤੋਂ I think the best thing that I had growing up ਜੋ I think ਮੇਰੀ ਜੋ foundation ਬਣੀ ਸੀਗੀ ਉਹ ਸੀਗੀ freedom ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ freedom ਸੀ ਲਾਈਕ ਡੈਡ ਨੇ ਕਦੀ ਇਦਾਂ ਨਹੀਂ ਕਿਹਾ ਤੁਸੀਂ ਬਾਸਕਟਬਾਲ ਨਹੀਂ ਖੇਲ ਸਕਦੇ ਕਿਉਂਕਿ ਤੁਸੀਂ ਕੁੜੀਆਂ ਜੇ ਜਾਂ ਤੁਸੀਂ ਸਲੀਪ ਓਵਰ ਕਰਨ ਨਹੀਂ ਜਾ ਸਕਦੀਆਂ ਬਿਕਾਜ਼ ਤੁਸੀਂ ਕੁੜੀਆਂ ਜੇ ਕੁਝ ਅਦਰ ਕਾਰਨ ਹੋ ਸਕਦੇ ਆ ਜਿਹਦੇ ਨਾਲ ਅਸੀਂ ਕਾਫੀ ਕੁਝ ਨਹੀਂ ਸੀ ਕਰ ਸਕਦੇ ਘਰ ਦੇ ਵਿੱਚ ਰੂਲਸ ਹੁੰਦੇ ਸੀ ਪਰ ਇਸ ਗੱਲ ਨੂੰ ਲੈ ਕੇ ਕਦੀ ਕੋਈ ਨਾ ਨਹੀਂ ਆਇਆ ਕਿ ਤੁਸੀਂ ਕੁੜੀਆਂ ਜੇ ਬਟ ਸਾਡੇ ਜਿਹੜੇ ਮਾਈ ਮਦਰ ਅੰਮੀ ਆਈ ਥਿੰਕ ਮਹਿਸੂਸ ਕਰਦੇ ਸੀਗੇ ਉਹਨਾਂ ਦੀਆਂ 4 ਬੇਟੀਆਂ ਨੇ ਉਹਨਾਂ ਨੇ ਕਦੀ ਕਿਹਾ ਨਹੀਂ ਪਰ ਉਹਨੇ ਹਮੇਸ਼ਾ ਮੈਨੂੰ ਦੱਸਿਆ ਤੂੰ ਤੇ ਮੇਰੇ ਮੁੰਡਿਆਂ ਵਰਗੀ ਆ ਐਂਡ ਜਦੋਂ ਮੈਂ ਛੋਟੀ ਸੀਗੀ ਮੈਨੂੰ ਇਹ ਗੱਲ ਬਹੁਤ ਚੰਗੀ ਲੱਗਦੀ ਸੀ ਤੁਸੀਂ ਕਹਿ ਸਕਦੇ ਆ ਪਰ ਜਦੋਂ ਮੈਂ ਵੱਡੀ ਹੁੰਦੀ ਗਈ ਮੈਂ ਸੋਚਣਾ ਸ਼ੁਰੂ ਕੀਤਾ ਕਿ ਕੀ ਮਤਲਬ ਮੈਂ ਤੁਹਾਡੇ ਮੁੰਡਿਆਂ ਵਾਂਗ ਰਹੀ ਆ ਮੈਂ ਤਾਂ ਕੁੜੀ ਆ ਐਂਡ I'm happy to be a ਕੁੜੀ ਲੇਕਿਨ I think ਮਮ ਨੂੰ ਖੁਆਇਸ਼ ਸੀਗੀ ਐਂਡ ਮੈਨੂੰ ਯਾਦ ਆ ਕਿ ਉਹਨਾਂ ਦੇ ਨਾਲ my mother passed away ਮੇਰੀ ਮਮ ਜਿਹੜੇ ਨੇ ਉਹ she's passed on ਤੇ ਉਹ 2013 ਫੌਤ ਹੋ ਗਏ ਸੀਗੇ ਮੈਨੂੰ ਯਾਦ ਆ ਕਿ ਉਹਨਾਂ ਦੇ ਨਾਲ ਕੁਝ ਕਨਵਰਸੇਸ਼ਨਸ ਹੁੰਦੀਆਂ ਸੀਗੀਆਂ ਤੇ ਇੱਕ ਵਾਰੀ ਮੈਂ ਮਮ ਨੂੰ ਪੁੱਛਿਆ ਕਿ ਮਮ do you really want a son ਕਿ ਤੁਹਾਡੀ ਖੁਆਇਸ਼ ਹੁੰਦੀ ਸੀ ਕਿ ਤੁਹਾਡੇ ਬੇਟਾ ਹੋਵੇ ਐਂਡ ਮਮ ਬਹੁਤ ਜ਼ਿਆਦਾ ਕੁਆਇਟ ਹੋ ਗਏ ਤੇ ਮੈਨੂੰ ਕਹਿੰਦੇ ਕਿ ਕਿਹੜਾ ਨਹੀਂ ਚਾਹੁੰਦਾ ਕਿ ਉਹਨੂੰ ਰਲਿਆ ਮਿਲਿਆ ਮੇਵਾ ਮਿਲੇ ਅੱਛਾ and I was like okay that's interesting and so I feel that ਉਹਨਾਂ ਨੂੰ ਸ਼ਾਇਦ ਕਿਸੇ ਪੁਆਇੰਟ ਤੇ ਇਹ ਫੀਲਿੰਗ ਆਈ ਸੀਗੀ ਕਿ ਮੇਰੇ ਕੋਲ ਬੇਟਾ ਨਹੀਂ ਹੈਗਾ ਪਰ I think ਕਿ with all the successes ਸਾਡੀਆਂ ਸਾਰੇ ਭੈਣਾਂ ਨੇ ਪੜ੍ਹਿਆ ਲਿਖਿਆ ਆਪਣੀ ਲਾਈਫ ਨੂੰ ਸੈੱਟ ਕੀਤਾ ਪਰ ਫਿਰ ਵੀ I think ਮਮ ਨੇ ਉਹ ਮਹਿਸੂਸ ਕੀਤਾ ਪਰ ਡੈਡ ਵੱਲੋਂ ਮੈਂ ਕੋਈ ਨਾ ਸ਼ਾਇਦ ਉਹਨਾਂ ਨੇ ਕਦੀ ਗੱਲ ਨਹੀਂ ਕੀਤੀ ਮੇਬੀ ਉਹਨਾਂ ਦੇ ਮਨ ਦੇ ਵਿੱਚ ਵੀ ਹੋਊਗਾ ਬਟ ਇਮੋਸ਼ਨਲੀ ਸ਼ਾਇਦ ਇਦਾਂ ਦੀ ਫੀਲਿੰਗਸ ਆਉਂਦੀਆਂ ਹੋਣਗੀਆਂ ਪਰ ਸਾਨੂੰ ਕਦੀ ਵੀ ਉਹਨਾਂ ਨੇ ਲਾਈਕ I didn't feel anything like ਮੇਰੀ ਜੋ ਚੌਥੀ ਸਿਸਟਰ ਪੈਦਾ ਹੋਇਆ ਸਾਰੀ ਫੈਮਿਲੀ ਦੇ ਵਿੱਚ I know ਮਾਹੌਲ ਥੋੜਾ ਜਿਹਾ ਟੈਂਸ ਸੀਗਾ ਅੱਛਾ ਬਟ ਡੈਡ ਨੇ ਮਮ ਨੂੰ I remember ਸੋਨੇ ਦੀਆਂ ਚੂੜੀਆਂ ਬਣਵਾ ਕੇ ਦਿੱਤੀਆਂ ਸੀਗੀਆਂ as a gift and I remember that ਕਿਉਂਕਿ mom ਉਹਨਾਂ ਨੂੰ like she was very happy and dad gave her a gift and she was truly ecstatic so ਦੇ ਵਿੱਚ ਸਾਡੇ ਇਸ ਤਰ੍ਹਾਂ ਨਹੀਂ ਹੋਇਆ but I think ਕੁਛ ਸੀ ਜਿਹਨੂੰ ਮੈਂ ਆਰਟੀਕੂਲੇਟ ਨਹੀਂ ਕਰ ਸਕਦੀ ਅੱਛਾ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਬਿਕਾਜ਼ ਹੁਣ ਤੁਹਾਡਾ ਬੇਬੀ ਡਿਊ ਹੈ ਤੁਹਾਡੇ ਮਨ ਦੇ ਵਿੱਚ ਕੀ ਇੱਛਾ ਹੈ ਕਿ ਮੰਮਾ ਦੀ ਇੱਛਾ ਪੂਰੀ ਹੋਣੀ ਚਾਹੀਦੀ ਹੈ ਜਾਂ ਤੁਹਾਡੀ ਆਪਣੀ ਕੋਈ ਚੋਇਸ ਹੈਗੀ ਆ ਜਾਂ ਕੋਈ ਨਹੀਂ ਤੁਸੀਂ ਕੁਦਰਤ ਤੇ ਛੱਡਿਆ ਹੋਇਆ Actually, ਮੈਨੂੰ ਪਤਾ we found out. So we had a gender reveal. So alhamdulillah, we're having a little girl. Okay. So, congratulations. ਸਾਡੇ ਘਰ ਬੇਟੀ ਹੋਣੀ ਆ ਉਹਦਾ ਨਾਮ ਸੀ ਆਲੀਆ ਰੱਖਿਆ ਹੈ. ਅੱਛਾ. Inshallah, she will be here soon. And we are so thrilled. Like we are so, my husband and I, we are over the moon. ਉਹਦੀ nursery ਬਣ ਰਹੀ ਹੈ and ਅਸੀਂ ਬਿਲਕੁਲ like ਬਹੁਤ ਜ਼ਿਆਦਾ ਖੁਸ਼ ਹੈਗੇ ਆ ਕਿ Allah ਦੀ ਨਿਮਤ ਹੈ and ਰਹਿਮਤ ਹੈ and we are extremely blessed and ਬਸ ਇਹੀ ਦੁਆ ਹੁੰਦੀ ਹੈ ਕਿ ਸਾਡੇ ਘਰ ਬੱਚਾ ਹੈਲਥੀ ਹੋਵੇ ਅੱਛੀ ਕਿਸਮਤ ਲੈ ਕੇ ਆਏ ਨਸੀਬ ਵਾਲਾ ਹੋਏ ਤੇ ਅੱਲਾ ਉਹਦੀਆਂ ਸਾਰੀਆਂ ਮੁਸ਼ਕਿਲਾਂ ਆਸਾਨ ਕਰੇ so we're extremely happy and ਅੱਜਕੱਲ ਨਵਜੋਤ ਮੈਨੂੰ ਨਹੀਂ ਲੱਗਦਾ ਕਿ ਕੁੜੀ ਮੁੰਡੇ ਦੇ ਵਿੱਚ ਕੋਈ ਫਰਕ ਹੈਗਾ ਮੈਂ ਆਪਣੀ ਲਾਈਫ ਨੂੰ ਦੇਖਦੀ ਹਾਂ and I think ਕੋਈ ਐਸੀ opportunity ਨਹੀਂ ਮੈਂ ਵੇਲ ਕੀਤੀ ਜਿਹੜੀ ਕਿ ਜੇ ਮੈਂ ਮੁੰਡਾ ਹੁੰਦਾ ਮੈਨੂੰ ਮਿਲਣੀ ਸੀ ਜਾਂ what not ਇਹਦੇ ਵਿੱਚ ਪਤਾ ਕੀ ਹੈ ਸਾਇਮਾ ਗੱਲ ਇਹ ਹੈ ਤੁਸੀਂ ਪਹਿਲਾਂ ਹੀ ਮੈਂਸ਼ਨ ਕਰ ਚੁੱਕੇ ਆ ਕਿ ਤੁਹਾਡੀ ਫਾਊਂਡੇਸ਼ਨ ਫਰੀडम ਹੀ ਸੀਗੀ ਕਿਉਂਕਿ ਤੁਹਾਡੇ ਪੇਰੈਂਟਸ ਨੇ ਕੋਈ ਫਰਕ ਮਹਿਸੂਸ ਨਹੀਂ ਕੀਤਾ ਨਹੀਂ ਤਾਂ ਜਿਸ ਜਨਰੇਸ਼ਨ ਦੇ ਵਿੱਚੋਂ ਆਪਾਂ ਹੈਗੀਆਂ ਜੇ ਉਹਨਾਂ ਹੋਰ ਆਪਣੇ ਨਾਲਦਿਆਂ ਦੀਆਂ ਆਪਾਂ ਸਟੋਰੀਜ਼ ਸੁਣਦੇ ਹਾਂ ਜਿੱਥੇ ਪਾਲਣ ਪੋਸ਼ਣ ਵੱਖਰੇ ਤਰੀਕੇ ਦੇ ਨਾਲ ਹੋਇਆ ਜਿੱਥੇ ਫਰਕ ਕੀਤੇ ਗਏ ਆ ਜਾਂ ਫਰਕ ਮਹਿਸੂਸ ਕੀਤੇ ਗਏ ਆ ਜਾਂ ਫਰਕ ਮਨਾਂ 'ਚ ਪਾਏ ਗਏ ਆ ਉੱਥੇ ਪੇਟਰੀਆਰਕੀ ਜਿਹੜੀ ਆ ਉਹ ਭਾਰੂ ਰਹੀ ਵੀ ਹੈਗੀ ਆ ਇਸ ਕਰਕੇ ਜਿਹੜੀਆਂ ਸਾਡੀਆਂ ਮਾਵਾਂ ਨੇ
ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹ ਜਿਹੜੀ ਖਾਹਿਸ਼ ਹੁੰਦੀ ਸੀ ਕਿਤੇ ਨਾ ਕਿਤੇ ਦੱਬੀ ਹੁੰਦੀ ਸੀ, ਬਿਕੋਜ਼ ਉਹਨਾਂ ਨੂੰ ਲੱਗਦਾ ਸੀ ਕਿ ਵੈਲੀਡੇਸ਼ਨ ਤਾਂ ਹੀ ਹੋਣੀ ਆ ਜੇ ਉਹਨਾਂ ਦੇ ਫੈਮਿਲੀ ਦੇ ਵਿੱਚ ਉਹ ਮੁੰਡੇ ਨੂੰ ਜਨਮ ਦੇ ਚੁੱਕੀਆਂ ਸਕੀਆਂ ਤਾਂ। ਬਿਲਕੁਲ, ਯੂ ਆਰ ਐਬਸੋਲੂਟਲੀ ਰਾਈਟ। ਐਂਡ ਆਈ ਥਿੰਕ ਮੇਰੇ ਮਦਰ ਦੇ ਵਿੱਚ ਵੀ ਇਹ ਗੱਲ ਸੀਗੀ, ਬਿਕਾਜ਼ ਮੈਂ ਸੈਂਸ ਕੀਤੀ, ਪਰ ਮੈਂ ਜਿੱਦਾਂ ਕਹਿ ਚੁੱਕੀ ਹਾਂ ਕਿ ਮੈਨੂੰ ਉਹ ਗੱਲ ਆਰਟੀਕੂਲੇਟ ਕਰਨੀ ਨਹੀਂ ਆ ਰਹੀ, ਉਹ ਫੀਲਿੰਗ ਮੈਂ ਦੱਸ ਨਹੀਂ ਸਕਦੀ ਕਿਉਂਕਿ ਮੈਂ ਪੂਰੀ ਤਰੀਕੇ ਨਾਲ ਮਹਿਸੂਸ ਨਹੀਂ ਕੀਤੀ, ਪਰ ਮੈਨੂੰ ਪਤਾ ਕਿ ਮਮ ਦੇ ਮਨ ਦੇ ਵਿੱਚ ਉਹ ਗੱਲ ਸੀ ਕਿ ਬਿਕਾਜ਼ ਮੇਰੀ ਸਿਸਟਰ ਦੀ ਸ਼ਾਦੀ ਮੇਰੇ ਤੋਂ ਪਹਿਲਾਂ ਹੋ ਗਈ ਸੀ, ਸੋ ਉਹਨਾਂ ਦਾ ਪਹਿਲੋਂ ਬੇਟਾ ਹੋਇਆ ਹੈ। ਸੋ ਮੈਨੂੰ ਯਾਦ ਹੈ ਕਿ ਸਾਡੇ ਪੂਰੀ ਫੈਮਿਲੀ ਦੇ ਵਿੱਚ ਵਾਸ ਲਾਈਕ ਸੱਚ ਅ ਬਿਗ ਡੀਲ, ਐਂਡ ਆਈ ਮੀਨ ਯੂ ਨੋ, ਸੋ ਕੁਛ ਹੈਗਾ ਉਹਦੇ ਵਿੱਚ, ਰਾਈਟ। ਐਂਡ ਜਦੋਂ ਮੈਂ ਕਿਸੇ ਨੂੰ ਦੱਸਦੀ ਵੀ ਹਾਂ ਕਿ ਸਾਡੇ ਘਰ ਬੇਟੀ ਹੋਣੀ ਆ, ਤੇ ਦੇ ਆਲਵੇਜ਼ ਟੈਲ ਮੀ ਕੋਈ ਨਹੀਂ, next one you'll have a boy. ਅੱਛਾ, ਉਹ ਸੁਣਨਾ ਸ਼ੁਰੂ ਵੀ ਕਰ ਦਿੱਤਾ ਤੁਸੀਂ? ਹਾਂ, of course, and ਮੈਨੂੰ ਬਹੁਤ ਉਹ ਇੱਕ ਸ਼ੌਕ ਹੋਰ ਤਰ੍ਹਾਂ ਲੱਗਦਾ ਹੈ, but then how do you respond to them? I'm stunned by it, and you know, like what are you so ਸਾਇਮਾ, ਗੱਲ ਪਤਾ ਕੀ ਗੱਲ ਹੈ, ਜਿਵੇਂ ਵੀ ਮਰਜ਼ੀ ਆਪਾਂ ਰਿਸਪੌਂਡ ਕਰਦੇ ਹਾਂ, ਦੈਟ ਮੀਨਸ ਉਹ ਚੀਜ਼ ਹਾਲੇ ਐਗਜ਼ਿਸਟ ਕਰਦੀ ਆ। ਇਹ ਨਹੀਂ ਹੈ ਕਿ ਆਪਾਂ ਕਹਿ ਦਿੱਤਾ ਕਿ ਸਾਡੀ ਨਜ਼ਰ ਦੇ ਵਿੱਚ ਕੁੜੀ ਮੁੰਡੇ ਦੇ ਵਿੱਚ ਫਰਕ ਨਹੀਂ ਹੈ, ਪਰ ਹਾਲੇ ਹਵਾ ਦੇ ਵਿੱਚ, ਮਾਹੌਲ ਦੇ ਵਿੱਚ ਇਹ ਸਾਰਾ ਕੁਝ ਐਗਜ਼ਿਸਟ ਕਰ ਰਿਹਾ ਹੈ। ਕਹਿੰਦੇ ਕਿ ਵਿੱਦਿਆ ਇੱਕ ਇਹੋ ਜਿਹਾ ਹਥਿਆਰ ਹੁੰਦਾ ਹੈ, ਵਿੱਦਿਆ ਇੱਕ ਇਹੋ ਜਿਹਾ ਹਥਿਆਰ ਹੁੰਦਾ ਹੈ ਜਿਹੜਾ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ। ਡਿਪੈਂਡ ਕਰਦਾ ਹੈ ਕਿ ਕਿਹਦੇ ਹੱਥਾਂ ਦੇ ਵਿੱਚ ਹੈ ਅਤੇ ਕਿਹਦੇ ਵੱਲ ਉਹਨੂੰ ਸੇਧਿਆ ਗਿਆ ਹੈ। ਅੱਜ ਆਪਾਂ ਇਹੀ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਹਥਿਆਰ ਦੇ ਵਿੱਚ ਕਿੰਨੀ ਕੁ ਤਾਕਤ ਹੈ। ਸਾਇਮਾ ਨਾਜ਼ ਜੀ, ਮੇਰੀ ਆਵਾਜ਼ ਪਹੁੰਚ ਰਹੀ ਤੁਹਾਡੇ ਤੱਕ? ਐਬਸੋਲੂਟਲੀ ਜੀ, ਓਕੇ। ਤੁਹਾਡੀ ਆਵਾਜ਼ ਆ ਰਹੀ ਹੈ। ਐਜੂਕੇਸ਼ਨ ਤੁਹਾਡਾ ਪੈਸ਼ਨ ਰਿਹਾ ਹੈ, ਤੁਸੀਂ ਐਜੂਕੇਸ਼ਨ ਸਿਸਟਮ ਨੂੰ ਰੈਵੋਲਿਊਸ਼ਨਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹੋ। ਪਿਛਲੇ 19 ਸਾਲ ਤੋਂ ਤੁਸੀਂ ਐਜੂਕੇਸ਼ਨ ਸੈਕਟਰ ਦੇ ਨਾਲ ਜੁੜੇ ਹੋਏ ਹੋ, ਅਤੇ ਸਾਲ 2019 ਤੋਂ BC ਦੀ ਜਿਹੜੀ ਮਿਨਿਸਟਰੀ ਆਫ ਐਜੂਕੇਸ਼ਨ ਦੀ ਇੱਕ ਕਮੇਟੀ ਹੈ, ਇੰਡੀਪੈਂਡੈਂਟ ਸਕੂਲ ਇੰਸਪੈਕਸ਼ਨ ਕਮੇਟੀ, ਤੁਸੀਂ ਉਹਦੇ ਨਾਲ ਵੀ ਜੁੜੇ ਹੋਏ ਹੋ। ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਐਜੂਕੇਸ਼ਨ ਸੈਕਟਰ ਤਾਂ ਬਹੁਤ ਲੋਕ ਹੈ ਜਿਹੜੇ ਜੁਆਇਨ ਕਰ ਲੈਂਦੇ ਆ, ਕੋਈ ਟੀਚਿੰਗ ਦੇ ਵਿੱਚ ਆ ਜਾਂਦੇ ਆ, ਕੋਈ ਟੀਚਿੰਗ ਸਪੋਰਟ ਕਰਦਾ ਹੈਗਾ, ਜਾਂ ਇਹਦੇ ਨਾਲ ਜਿਹੜੀਆਂ ਹੋਰ ਜੁੜੀਆਂ ਬ੍ਰਾਂਚਿਸ ਹੁੰਦੀਆਂ ਉੱਧਰ ਚਲੇ ਜਾਂਦੇ, ਕਈ ਲੋਕ ਐਜੂਕੇਸ਼ਨਿਸਟ ਬਣ ਜਾਂਦੇ ਆ। ਜੇ ਤੁਸੀਂ ਅੱਜ ਆਪਣੇ ਆਪ ਨੂੰ ਇੱਕ ਐਜੂਕੇਸ਼ਨਿਸਟ ਜਾਂ ਐਜੂਕੇਟਰ ਦੇ ਤੌਰ ਦੇ ਉੱਤੇ ਐਸਟੈਬਲਿਸ਼ ਕੀਤਾ, ਮੈਂ ਜਾਣਨਾ ਚਾਹੁੰਦੀ ਹਾਂ ਕਿ ਇਹਦੇ ਪਿੱਛੇ ਜਿਹੜਾ ਪੈਸ਼ਨ ਕੰਮ ਕਰ ਰਿਹਾ ਸੀ ਜਾਂ ਤੁਹਾਡਾ ਪਰਪਸ ਸੀ, ਉਹ ਕੀ ਸੀ? ਐਬਸੋਲੂਟਲੀ, ਜਿਵੇਂ ਕਿ ਮੈਂ ਪਹਿਲਾਂ ਕਹਿ ਚੁੱਕੀ ਕਿ ਸਾਡੇ ਘਰ ਦੇ ਵਿੱਚ ਐਜੂਕੇਸ਼ਨ ਤੇ ਜਨਰੇਸ਼ਨ ਤੋਂ ਚੱਲਦੀ ਆ ਰਹੀ ਹੈ ਕਿ ਦਾਦਾ ਜੀ ਵੀ ਪੜ੍ਹਾਉਂਦੇ ਸੀਗੇ, ਫਿਰ ਡੈਡ ਵੀ ਪੜ੍ਹਾਉਂਦੇ ਰਹੇ, ਫੁੱਫੋ ਮੇਰੇ ਵੀ ਪੜ੍ਹਾਉਂਦੇ ਸੀ। ਸੋ ਇਟਸ ਬਿਨ ਪਾਰਟ, ਕਹਿ ਲਓ ਕਿ ਸਾਡੇ DNA ਦੇ ਵਿੱਚ ਹੀ ਹੈ ਕਿ ਬਸ ਕਈਆਂ ਫੈਮਲੀਆਂ 'ਚ ਹੁੰਦਾ ਕੋਈ ਡਾਕਟਰ ਬਣਦਾ ਹੈ, ਕਈ ਫੈਮਲੀਆਂ 'ਚ ਹੁੰਦਾ ਕਿ ਆਰਮੀ 'ਚ, ਸਾਡੀ ਵਿੱਚ ਐਜੂਕੇਸ਼ਨ ਸੀਗੀ। ਸੋ ਆਈ ਥਿੰਕ ਕਿ ਉਹ ਸ਼ੁਰੂ ਤੋਂ ਸੀ, ਬਿਕਾਜ਼ ਮੈਨੂੰ ਨਾ ਯਾਦ ਹੈ ਬਚਪਨ ਦੇ ਵਿੱਚ ਨਵਜੋਤ ਜੀ ਕਿ ਜਦੋਂ ਮੈਨੂੰ ਅਸੀਂ ਨਵੇਂ ਇੱਥੇ ਆਏ ਸੀ ਕੈਨੇਡਾ, ਸਪੈਸ਼ਲੀ ਸਰੀ ਦੇ ਵਿੱਚ ਆਏ, ਤੇ ਸ਼ਾਇਦ ਉਦੋਂ ਚੇਤੇ ਹੋਵੇ, ਆਈ ਡੋਨਟ ਨੋ ਇਫ ਯੂ ਰਿਮੈਂਬਰ অর ਨਾਟ, ਪਰ ਗਰਾਜ ਸੇਲਸ ਬਹੁਤ ਹੁੰਦੀਆਂ ਸੀ। ਹੁਣ ਵੀ ਗਰਾਜ ਸੇਲ ਦੇ ਸਾਈਨਸ ਅਸੀਂ ਦੇਖਦੇ ਹਾਂ ਵੀਕਐਂਡਸ ਤੇ, ਗਰਾਜ ਸੇਲ, ਹਾਂ ਰਾਈਟ। ਸੋ ਮਮ ਕਿਉਂਕਿ ਆਬਵੀਅਸਲੀ ਅਸੀਂ ਨਵੇਂ ਇਮੀਗ੍ਰੈਂਟ ਸੀ, ਵੀ ਡਿਡਨਟ ਹੈਵ ਅ ਲੋਟ ਆਫ ਮਨੀ, ਸੋ ਕਈ ਵਾਰੀ ਸੈਕਿੰਡ ਹੈਂਡ ਸ਼ਾਪਿੰਗ ਬੜੀ ਇੱਕ ਨਾਰਮਲ ਗੱਲ ਸੀਗੀ ਕਿ ਵੀਕਐਂਡ ਦੇ ਉੱਤੇ ਚੇਂਜ ਪਰਸ ਦੇ ਵਿੱਚ ਪਾ ਕੇ ਜਾਣਾ ਐਂਡ ਗਰਾਜ ਸੇਲਸ ਨੂੰ ਸ਼ੌਪ ਕਰਨਾ ਤੇ ਦੇਖਣਾ ਉਹਦੇ ਵਿੱਚ ਕੋਈ ਐਸੀ ਚੀਜ਼ ਹੈਗੀ ਜੋ ਤੁਸੀਂ ਘਰ ਲੈ ਕੇ ਆ ਸਕਦੇ ਹਾਂ। ਸੋ ਸਾਡਾ ਇੱਕ ਬਣਿਆ ਹੋਇਆ ਸੀ ਮਮ ਦੇ ਨਾਲ ਕਿ ਅਸੀਂ ਗਰਾਜ ਸੇਲ ਤੇ ਜਾਣਾ, ਤੇ ਮੈਨੂੰ ਹੁੰਦਾ ਸੀ ਮੇਰਾ ਛੋਟਾ ਜਿਹਾ ਪਰਸ ਸੀਗਾ, ਉਹਦੇ ਵਿੱਚ ਮੈਂ ਡੈਡ ਤੋਂ ਚੇਂਜ ਲੈਂਦੀ ਹੁੰਦੀ ਸੀਗੀ, ਮਮ ਤੋਂ ਲੈਂਦੀ ਸੀ, ਤੇ ਮੈਂ ਹਰ ਗਰਾਜ ਸੇਲ ਤੇ ਜਾਣਾ ਤੇ ਜਿਹੜੀਆਂ ਵੀ ਕਿਤਾਬਾਂ ਮੈਨੂੰ ਮਿਲਣੀਆਂ ਉੱਥੋਂ ਆਈ ਵੁੱਡ ਬਾਈ ਦਮ, ਐਂਡ ਆ ਕੇ ਮੇਰੀ ਸਾਡੀ ਇੱਕ ਵਾਕ ਇਨ ਕਲੋਜ਼ਟ ਸੀ, ਮੈਂ ਉਹਦੇ ਵਿੱਚ ਰੱਖਦੀ ਸੀ। ਤੇ ਡੈਡ ਮੈਨੂੰ ਪੁੱਛਦੇ ਹੁੰਦੇ ਸੀ ਕਿ ਬੇਟਾ ਤੁਸੀਂ ਇੰਨੀਆਂ ਕਿਤਾਬਾਂ ਲੈ ਕੇ, ਕਿ ਇਹ ਇੰਨੀਆਂ ਕਾਲਜ ਯੂਨੀਵਰਸਿਟੀ ਦੀਆਂ ਵੀ ਕਿਤਾਬਾਂ ਤੁਸੀਂ ਪੜ੍ਹ ਸਕਦੇ ਜੇ ਇਹਨਾਂ ਨੂੰ? ਤੇ ਮੈਂ ਉਹਨਾਂ ਨੂੰ ਦੱਸ ਦਿੰਦੀ ਸੀ ਕਿ ਉਹ ਨਹੀਂ ਡੈਡ, ਮੇਰਾ ਇੱਕ ਦਿਨ ਮੇਰਾ ਸਕੂਲ ਹੋਣਾ ਹੈ ਤੇ ਮੇਰੇ ਸਕੂਲ ਦੇ ਵਿੱਚ ਲਾਇਬ੍ਰੇਰੀ ਹੋਣੀ ਹੈ, ਤੇ ਉਸ ਲਾਇਬ੍ਰੇਰੀ ਵਾਸਤੇ ਮੈਂ ਕਿਤਾਬਾਂ ਇਕੱਠੀਆਂ ਕਰ ਰਹੀ ਹਾਂ। ਕੈਨ ਯੂ ਇਮੈਜਿਨ? ਉਦੋਂ ਮੈਂ ਮੇਬੀ 9 ਜਾਂ 8 ਜਾਂ 9 10 ਸਾਲ ਦੀ ਹੋਣੀ ਆ। ਸੋ ਉਦੋਂ ਦੀ ਦਿਮਾਗ ਦੇ ਵਿੱਚ ਸੀਗਾ ਕਿ ਕਿਸੇ ਦਿਨ ਵੱਡੇ ਹੋ ਕੇ ਸਕੂਲ ਸਟਾਰਟ ਕਰਨਾ ਹੈ, ਬੱਚਿਆਂ ਨੂੰ ਪੜ੍ਹਾਉਣਾ ਹੈ, ਤੇ ਉਹ ਬੱਚਿਆਂ ਨੂੰ ਫਿਰ ਉਦੋਂ ਕਿਤਾਬਾਂ ਦੀ ਜ਼ਰੂਰਤ ਪੈਣੀ ਹੈ। ਸੋ ਮੈਂ ਕਿਤਾਬ ਹੋਰ ਤੇ ਕੁਛ ਮੈਂ ਕਰ ਨਹੀਂ ਸਕਦੀ, ਪਰ ਮੈਂ ਹੁਣ ਕਿਤਾਬਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਾਂ। ਸੋ ਆਈ ਨਿਊ ਦੈਟ ਐਟ ਅ ਵੈਰੀ ਯੰਗ ਏਜ ਕਿ ਐਜੂਕੇਸ਼ਨ ਦੇ ਵਿੱਚ ਕੁਛ ਕਰਨਾ ਹੈਗਾ। ਅੱਛਾ, ਕੀ ਹੁੰਦਾ ਕਿ ਸਾਇਮਾ ਜੀ, ਇਹ ਤਾਂ ਤੁਸੀਂ ਗੱਲ ਕੀਤੀ ਹੈ ਕਿ ਆਮ ਕਰਕੇ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਪੁੱਛਿਆ ਜਾਂਦਾ ਹੁੰਦਾ ਸੀ ਕਿ ਕੀ ਬਣਨਾ, ਆਪਾਂ ਪਹਿਲਾ ਆਨਸਰ ਹੀ ਇਹ ਹੁੰਦਾ ਸੀ, ਪਹਿਲੀ ਚੋਇਸ ਹੁੰਦੀ ਸੀ ਕਿ ਟੀਚਰ ਬਣਨਾ। ਪਰ ਜਦੋਂ ਥੋੜ੍ਹੀ ਜਿਹੀ ਸਾਨੂੰ ਸੁਰਤ ਆਉਣ ਲੱਗ ਜਾਂਦੀ ਹੈ ਨਾ, ਫਿਰ ਅਸੀਂ ਟੀਚਰਸ ਨੂੰ ਇਵੈਲੂਏਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਕਿਤੇ ਉਹਨਾਂ ਨੂੰ ਜੱਜ ਵੀ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਵੀ ਮੈਂ ਇਸ ਤਰ੍ਹਾਂ ਦੀ ਟੀਚਰ ਬਣਨਾ ਹੈ ਤਾਂ ਇਸ ਤਰ੍ਹਾਂ ਦੀ ਟੀਚਰ ਨਹੀਂ ਬਣਨਾ।
ਜਾਂ ਜਦੋਂ ਅਸੀਂ ਐਜੂਕੇਸ਼ਨ ਸਿਸਟਮ ਦੇ ਵਿੱਚ ਇੱਕ ਸਟੂਡੈਂਟ ਦੇ ਤੌਰ ਤੇ ਵਿਚਰ ਰਹੇ ਹਾਂ ਉਦੋਂ ਇਹ ਗੱਲਾਂ ਵੀ ਮਹਿਸੂਸ ਹੁੰਦੀਆਂ ਕਿ ਆਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਇਹ ਹੋਣੀਆਂ ਚਾਹੀਦੀਆਂ। ਫਿਰ ਹੌਲੀ ਹੌਲੀ ਵੱਡੇ ਹੋ ਜਾਂਦੇ, ਫਿਰ ਸਾਨੂੰ ਸਮਝ ਆਉਂਦੀ ਹੈ ਕਿ ਹਾਂ ਅਸਲ ਜਿਹੜੀਆਂ ਚੀਜ਼ਾਂ ਅਸੀਂ ਚਾਹੁੰਦੇ ਸੀ ਕਿ ਨਹੀਂ ਹੋਣੀਆਂ ਚਾਹੀਦੀਆਂ ਉਹ ਇਸ ਕਰਕੇ ਸ਼ਾਮਿਲ ਕੀਤੀਆਂ ਗਈਆਂ। ਕੀ ਇੱਦਾਂ ਦੇ ਵੀ ਕੋਈ ਤਜਰਬੇ ਸਨ ਜਿਹੜੇ ਤੁਹਾਨੂੰ ਇਸ ਗੱਲ ਲਈ ਪ੍ਰੇਰਿਤ ਕਰ ਰਹੇ ਸੀ ਕਿ ਵੀ ਹਾਂ ਮੈਂ ਐਜੂਕੇਸ਼ਨਲ ਸਿਸਟਮ ਨੂੰ ਰੈਵੋਲੂਸ਼ਨਾਈਜ਼ ਕਰਨਾ ਚਾਹੁੰਦੀ ਹਾਂ ਜਾਂ ਮੈਂ ਕੁਝ ਚੇਂਜਿਸ ਚਾਹੁੰਦੀ ਹਾਂ? ਬੀਇੰਗ ਅ ਸਟੂਡੈਂਟ ਵੀ ਤੁਹਾਡੇ ਦਿਮਾਗ 'ਚ ਉਹ ਗੱਲਾਂ ਆਉਂਦੀਆਂ ਸੀ? ਬਿਲਕੁਲ ਨਵਜੋਤ ਜੀ, ਜਦੋਂ ਅਸੀਂ ਪੜ੍ਹਦੇ ਸੀਗੇ ਬਹੁਤ ਐਸੀਆਂ ਆਈ ਮੀਨ ਕੁਝ ਟੀਚਰ ਸਾਨੂੰ ਚੰਗੀਆਂ ਲੱਗਦੀਆਂ ਸੀ, ਕੁਝ ਟੀਚਰ ਸਾਨੂੰ ਚੰਗੀਆਂ ਨਹੀਂ ਸੀ ਲੱਗਦੀਆਂ। ਪਰ ਜੋ ਗੱਲ ਮੈਂ ਬਹੁਤ ਜ਼ਿਆਦਾ ਫੀਲ ਕਰਦੀ ਸੀਗੀ ਕਿ ਮੈਨੂੰ ਲੱਗਦਾ ਸੀ ਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ, ਜੇ ਤੁਸੀਂ ਇੱਕ ਤਰੀਕੇ ਨਾਲ ਸੋਚਦੇ ਜੇ, ਲੌਜੀਕਲ ਤਰੀਕੇ ਨਾਲ ਸੋਚਦੇ ਜੇ, ਤੇ ਸਕੂਲ ਤੁਹਾਡੇ ਲਈ ਠੀਕ ਆ, ਤੁਸੀਂ ਉਹਦੇ 'ਚ ਚੰਗੇ ਨੰਬਰਾਂ ਨਾਲ ਪਾਸ ਹੋ ਜਾਓਗੇ। ਪਰ ਜੇ ਤੁਹਾਡਾ ਦਿਮਾਗ ਥੋੜਾ ਜਿਹਾ ਡਿਫਰੈਂਟ ਆ, ਤੁਸੀਂ ਚੀਜ਼ ਨੂੰ ਇੱਕ ਅਲੱਗ ਤਰੀਕੇ ਨਾਲ ਦੇਖਦੇ ਆ, ਤੇ ਜਿੰਨੇ ਮਰਜ਼ੀ ਤੁਸੀਂ ਇੰਟੈਲੀਜੈਂਟ ਹੋਵੋ, ਤੁਸੀਂ ਉਸ ਸਕੂਲ ਦੇ ਵਿੱਚ ਟੌਪ ਤੇ ਜਾ ਨਹੀਂ ਸਕਦੇ, ਬਿਕਾਜ਼ ਇੱਕ ਉਹ ਸਿਸਟਮ ਬਣਿਆ ਹੈਗਾ। ਇਹ ਗੱਲ ਦਾ ਮੈਨੂੰ ਬਹੁਤ ਛੇਤੀ ਪਤਾ ਲੱਗ ਗਿਆ ਸੀ। ਦੂਸਰੀ ਮੈਨੂੰ ਇੱਕ ਹੋਰ ਗੱਲ ਸਾਡੇ ਸਿਸਟਮ ਦੀ ਬਹੁਤ ਜਲਦੀ ਪਤਾ ਲੱਗ ਗਈ ਸੀਗੀ ਕਿ ਇੱਥੇ ਅਸੀਂ ਬੱਚਿਆਂ ਨੂੰ ਪਾਸ ਕਰੀ ਜਾਂਦੇ ਆ, 6ਵੀਂ ਚੋਂ 7ਵੀਂ 'ਚ ਭੇਜਤਾ, 5ਵੀਂ ਤੋਂ 6ਵੀਂ 'ਚ ਭੇਜਤਾ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਬੱਚਾ ਆਪਣੇ ਲੈਵਲ ਤੇ ਪੜ੍ਹਾਈ ਕਰ ਰਿਹਾ ਹੈਗਾ। ਐਂਡ ਇਟਸ ਨਾਟ ਅੰਟਿਲ ਜਦੋਂ ਬੱਚਾ 9ਵੀਂ ਜਾਂ 10ਵੀਂ 'ਚ ਜਾਂਦਾ ਹੈਗਾ ਤੇ ਉਹਨੂੰ ਫੇਲ ਕਰਨਾ ਸ਼ੁਰੂ ਕਰੀਦਾ। ਪਰ ਉਹ ਫੇਲ ਇਸ ਕਰਕੇ ਹੁੰਦਾ ਹੈਗਾ ਬਿਕਾਜ਼ ਉਹਦੀ ਬੇਸਿਕ ਫਾਊਂਡੇਸ਼ਨ ਪਹਿਲੋਂ ਤੇ ਬਣੀ ਨਹੀਂ ਹੁੰਦੀ। ਐਂਡ ਆਈ ਨਿਊ ਦੈਟ ਐਟ ਅ ਵੈਰੀ ਵੈਰੀ ਯੰਗ ਏਜ। ਸੋ ਮੈਨੂੰ ਸੀਗਾ ਕਿ ਸਾਡੇ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਹੋਲਸ ਨੇ। ਐਂਡ ਜਦੋਂ ਮੈਂ ਛੋਟੀ ਸੀਗੀ ਮੈਨੂੰ ਲੱਗਦਾ ਸੀ ਕਿ ਮੈਂ ਇਹਨਾਂ ਹੋਲਸ ਨੂੰ ਨਾ ਫਿਕਸ ਕਰ ਦੇਣਾ। ਜਿੱਦਾਂ ਹੁੰਦਾ ਨਾ ਕਿ ਜਜ਼ਬਾ ਹੁੰਦਾ ਕਿ ਅਸੀਂ ਬਸ ਰੈਵੋਲੂਸ਼ਨ ਲੈ ਕੇ ਆਉਣੀ ਆ, ਅਸੀਂ ਸਿਸਟਮ ਬਦਲ ਦੇਣਾ ਹੈਗਾ। ਐਂਡ ਦੈਨ ਤੁਸੀਂ ਕੋਸ਼ਿਸ਼ ਕਰਦੇ ਆ, ਫਿਰ ਤੁਹਾਨੂੰ ਅੱਗੋਂ ਜ਼ਿੰਦਗੀ ਵੱਲੋਂ ਥੱਪੜ ਪੈਂਦੇ ਨੇ ਕਿ ਬੇਟਾ ਇੰਨੀ ਆਸਾਨ ਗੱਲ ਨਹੀਂ ਹੈਗੀ। ਸਪੈਸ਼ਲੀ ਇੱਕ ਪੂਰੀ ਲਾਈਕ ਫੀਲਡ ਨੂੰ ਬਦਲਣਾ, ਪਬਲਿਕ ਸਕੂਲ ਸਿਸਟਮ ਨੂੰ ਬਦਲਣਾ ਸੌਖਾ ਨਹੀਂ ਹੈਗਾ। ਇਟਸ ਲਾਈਕ ਅ ਬਿਗ ਸ਼ਿਪ। ਉਹਦੇ ਵਿੱਚ ਤੁਸੀਂ ਇੱਕ ਛੋਟਾ ਜਿਹਾ ਡੈਂਟ ਵੀ ਜਦੋਂ ਤੁਸੀਂ ਲੈ ਕੇ ਆਉਣਾ ਹੈਗਾ ਤੇ ਬਹੁਤ ਉਹਦੇ ਉੱਤੇ ਕੰਮ ਕਰਨਾ ਪੈਂਦਾ ਹੈਗਾ। ਸੋ ਦੈਨ ਜਦੋਂ ਮੈਨੂੰ ਇਹ ਰਿਅਲਾਈਜ਼ ਹੋ ਗਿਆ ਕਿ ਮੈਂ ਜਿੱਦਾਂ ਮਰਜ਼ੀ ਚਲਾਈ ਜਾਵਾਂ, ਨੁਕਸ ਕੱਢੀ ਜਾਵਾਂ, ਕੁਛ ਹੋ ਨਹੀਂ ਰਿਹਾ। ਸੋ ਦੈਨ ਮੈਂ ਇੱਕ ਮੇਰੇ ਮੈਂਟਰ ਸੀਗੇ, ਉਹਨਾਂ ਨੇ ਮੈਨੂੰ ਕਿਹਾ ਸਮਟਾਈਮਸ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਐਂਟਰ ਹੋ ਕੇ ਉਹਨੂੰ ਬਦਲ ਨਹੀਂ ਸਕਦੇ, ਤੁਹਾਨੂੰ ਚਾਹੀਦਾ ਕਿ ਤੁਸੀਂ ਸਾਈਡ ਤੇ ਹੋ ਕੇ ਜਿਹੜਾ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਹਨੂੰ ਐਸੇ ਤਰੀਕੇ ਨਾਲ ਕਰੋ ਕਿ they can't help but pay attention to you. ਸੋ ਖੁਦ ਐਗਜ਼ਾਮਪਲ ਬਣ ਕੇ ਦਿਖਾਓ। ਜੇ ਵਿੱਚ ਸਿਸਟਮ ਦੇ ਕੁਝ ਕਰ ਨਹੀਂ ਸਕਦੇ ਉਹਦੇ ਪੈਰਲਲ ਕੁਝ ਕਰਕੇ ਦਿਖਾਓ। ਸੋ ਜਦੋਂ ਪੈਰਲਲ ਦੀ ਗੱਲ ਆਈ ਫਿਰ ਮੈਨੂੰ ਇੰਡੀਪੈਂਡੈਂਟ ਸਿਸਟਮ ਸਮਝ ਆਇਆ। ਸੋ ਜਿਹੜਾ ਪ੍ਰਾਈਵੇਟ ਸਿਸਟਮ ਸਾਡਾ ਹੈਗਾ, ਇੰਡੀਪੈਂਡੈਂਟ ਸਕੂਲ ਐਕਟ ਹੈਗੀ ਆ। ਸੋ ਫਿਰ ਨਵਜੋਤ ਜੀ ਉਦੋਂ ਮੈਨੂੰ ਯਾਦ ਹੈ ਮੈਂ 27 years old ਹੋਵਾਂਗੀ। ਹੁਣ ਸਾਡੇ ਸਕੂਲ ਨੂੰ 12 ਸਾਲ ਹੋ ਗਏ ਆ। ਸੋ ਉਦੋਂ ਫਿਰ ਮੈਂ ਆਪਣਾ ਸਕੂਲ ਆਪ ਖੋਲਿਆ। So can you imagine ਕਿ here I am 23-24 years old ਕਿ ਮੈਂ ਆਪਣਾ ਸਕੂਲ ਖੋਲਣਾ ਹੈਗਾ। ਐਂਡ ਉਹ ਕਰਦਿਆਂ 26-27 ਸਾਲ ਦੀ ਏਜ ਦੇ ਵਿੱਚ ਮੈਂ ਸਕੂਲ ਨੂੰ ਖੋਲ ਲਿਆ। ਸੋ I founded the school and ਉਸ ਸਕੂਲ ਦੇ ਵਿੱਚ ਫਿਰ ਮੈਂ ਉਹ ਚੇਂਜਸ ਲਿਆਉਣੇ ਸ਼ੁਰੂ ਕੀਤੇ ਜੋ ਮੈਂ ਪਬਲਿਕ ਸਿਸਟਮ 'ਚ ਦੇਖਣਾ ਚਾਹੁੰਦੀ ਸੀਗੀ। ਕੀ ਡਿਫਰੈਂਟ ਕੀਤਾ? ਕਿ ਮੈਂ ਉਹੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਕਿਹੜੀਆਂ ਤਬਦੀਲੀਆਂ ਸੀ ਜਿਹੜੀਆਂ ਤੁਸੀਂ ਚਾਹੁੰਦੇ ਸੀ, ਜਿਹੜੀਆਂ ਤੁਸੀਂ ਇਨਕਲੂਡ ਕੀਤੀਆਂ। ਜੇ ਇਹ ਆਪਣਾ ਪ੍ਰਾਈਵੇਟ ਸਕੂਲ ਸੀ ਤੁਹਾਡਾ, ਆਈ ਲਰਨ ਸੈਕੰਡਰੀ ਸਕੂਲ, ਰਾਈਟ? ਇਜ਼ ਇਟ ਰਾਈਟ? ਉਹਦੇ ਇਹਦਾ ਕੀ ਡਿਫਰੈਂਸ ਹੈ ਦੂਸਰੇ ਸਕੂਲਸ ਨਾਲੋਂ? ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕੀ ਤਬਦੀਲੀਆਂ ਸੀ ਜਿਹੜੀਆਂ ਤੁਹਾਨੂੰ ਲੋੜੀਂਦੀਆਂ ਲੱਗਦੀਆਂ ਸੀ, ਜਾਂ ਕਿਹੜੀਆਂ ਗੱਲਾਂ ਸੀ ਜਿਹੜੀਆਂ ਬੋਦਰ ਕਰਦੀਆਂ ਸੀ, ਜਿਹੜੇ ਹੋਲਸ ਤੁਸੀਂ ਫਿਲ ਕਰਨਾ ਚਾਹੁੰਦੇ ਸੀ ਜਾਂ ਫਿਕਸ ਕਰਨਾ ਚਾਹੁੰਦੇ ਸੀ? Absolutely. So the simple answer ਹੈਗਾ ਨਵਜੀਤ ਜੀ, ਜਦੋਂ ਅਸੀਂ ਸਕੂਲ ਦੇਖਦੇ ਆ ਨਾ ਤੇ ਸਕੂਲ ਸੈਂਟਰ ਦੇ ਵਿੱਚ ਹੈਗਾ ਤੇ ਬੱਚੇ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਸਕੂਲ ਦੇ ਇਰਦ ਗਿਰਦ ਅਸੀਂ ਕਰਦੇ ਹੈਗੇ ਆ, ਰਾਈਟ? ਸੋ ਕਰਿਕੂਲਮ ਸਕੂਲ ਦਾ ਹੈਗਾ, ਟੀਚਰ ਸਕੂਲ ਦੀਆਂ ਹੈਗੀਆਂ, ਟਾਈਮਿੰਗ ਸਕੂਲਸ ਦੀ ਹੈਗੀ ਆ, ਸਾਰਾ ਕੁਝ ਸਕੂਲ ਦਾ ਹੈਗਾ। ਐਂਡ ਬੱਚੇ ਦੀ ਉਹਦੀ ਫੈਮਿਲੀ ਨੇ ਸਕੂਲ ਦੇ ਇਰਦ ਗਿਰਦ ਆਪਣੀ ਲਾਈਫ ਨੂੰ ਰੈਪ ਕਰਨਾ ਹੈਗਾ। ਮੈਨੂੰ ਲੱਗਦਾ ਕਿ ਇਹ ਸਿਸਟਮ ਬਹੁਤ ਪੁਰਾਣਾ ਹੈਗਾ। ਸਾਨੂੰ ਹੁਣ ਕੀ ਕਰਨਾ ਚਾਹੀਦਾ ਕਿ ਅਸੀਂ ਫੈਮਿਲੀ ਤੇ ਬੱਚੇ ਨੂੰ ਸੈਂਟਰ ਦੇ ਵਿੱਚ ਰੱਖੀਏ ਤੇ ਜਿਹੜੀ ਸਾਡੀ ਐਜੂਕੇਸ਼ਨ ਹੈਗੀ ਆ ਉਹਨੂੰ ਅਸੀਂ ਪਰਸਨਲਾਈਜ਼ਡ ਕਰਕੇ ਬੱਚੇ ਦੇ ਇਰਦ ਗਿਰਦ ਰੈਪ ਕਰੀਏ। ਸੋ ਪਹਿਲਾ ਤਾਂ ਸਿਸਟਮ ਇਹ ਹੋ ਗਿਆ ਕਿ ਇੱਕ ਦੇ ਵਿੱਚ ਸਕੂਲ ਸੈਂਟਰ ਦੇ ਵਿੱਚ ਹੈਗਾ, ਦੂਸਰੀ ਪੜ੍ਹਾਈ ਦੇ ਵਿੱਚ ਬੱਚਾ ਤੇ ਉਹਦੀ ਫੈਮਿਲੀ ਤੇ ਉਹਦੀ ਵੈਲਿਊਜ਼ ਸੈਂਟਰ ਦੇ ਵਿੱਚ ਹੈਗੀਆਂ। ਸੋ ਸਾਡੇ ਸਕੂਲ ਦੇ ਵਿੱਚ ਕੀ ਹੁੰਦਾ ਹੈ ਕਿ ਸਾਨੂੰ ਪਤਾ ਹੈ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਇਹ ਕੋਰਸਿਸ ਤੁਹਾਨੂੰ ਪੜ੍ਹਾਉਣੇ ਪੈਣੇ ਨੇ, ਇਹ ਤੁਹਾਡਾ ਕਰਿਕੂਲਮ ਹੈ, ਇਹਨੂੰ ਫੋਲੋ ਕਰਨਾ ਹੀ ਕਰਨਾ ਹੈ ਤੁਸੀਂ।
ਸਪੈਸ਼ਲੀ ਜੇ ਤੁਸੀਂ ਫੰਡਡ ਹੋ, which we are. ਹਮ ਸੋ ਪਰ ਉਹ ਤੋਂ ਇਲਾਵਾ ਅਸੀਂ ਬਹੁਤ ਕੁਝ ਚੀਜ਼ਾਂ ਫਲੈਕਸੀਬਲ ਤਰੀਕੇ ਨਾਲ ਕਰ ਸਕਦੇ ਹਾਂ. ਫੋਰ ਐਗਜ਼ਾਮਪਲ ਨਵਜੋਤ ਜੀ, ਤੁਹਾਨੂੰ ਪਤਾ ਹੋਏਗਾ ਕੁਝ ਬੱਚੇ ਆ ਜੋ ਕਿ ਵਿਜ਼ੂਅਲ ਲਰਨਰਸ ਨੇ, ਕੁਝ ਆਡੀਟਰੀ ਲਰਨਰਸ ਨੇ ਜੋ ਕਿ ਸੁਣ ਕੇ ਸਿੱਖਦੇ ਨੇ, ਕੁਝ ਬੱਚੇ ਕੈਨੈਸਥੈਟਿਕ, ਉਹ ਕਰਕੇ ਸਿੱਖਦੇ ਨੇ. ਸੋ ਡਿਫਰੈਂਟ ਚੀਜ਼ਾਂ ਆ ਗਈਆਂ ਉਹਦੇ ਵਿੱਚ. ਸੋ ਅਸੀਂ ਬੱਚੇ ਨੂੰ ਉੱਦਾਂ ਪੜ੍ਹਨ ਦਿੰਦੇ ਆ ਜਾਂ encourage ਕਰਦੇ ਆ ਜਿਹਦੇ ਨਾਲ ਉਹ already naturally inclined ਹੈਗਾ. ਓਕੇ, ਸੋ ਅਸੀਂ ਉਹਨਾਂ ਦੀ ਅਸੈਸਮੈਂਟ ਕਰੀਦੀ ਹੈ. ਓਕੇ, ਤੁਸੀਂ ਕੈਨੈਸਥੈਟਿਕ ਲਰਨਰਸ ਜੇ, ਤੁਹਾਨੂੰ ਐਸੇ ਪ੍ਰੋਜੈਕਟਸ ਮਿਲਣਗੇ ਜਿਹਦੇ ਵਿੱਚ ਤੁਸੀਂ ਆਪਣੇ ਹੈਂਡਸ ਨੂੰ ਯੂਜ਼ ਕਰੋ ਐਂਡ ਤੁਸੀਂ ਕੁਝ ਕਰਕੇ ਦਿਖਾਓ. So that happens at secondary level, right? Yes, ਸਾਡਾ ਸਕੂਲ 8 to 12 ਹੈ. So I do it from 13 years of age to 18. Plus ਸਾਡਾ ਅਡਲਟ ਸਕੂਲ ਵੀ ਹੈਗਾ. ਸੋ ਜਿਹੜੇ ਅਡਲਟਸ ਨੇ ਹਾਈ ਸਕੂਲ ਕੰਪਲੀਟ ਨਹੀਂ ਆਪਣਾ ਕੀਤਾ ਕਿਸੇ ਕਾਰਨ ਜਾਂ ਨਵੇਂ ਆਏ ਨੇ ਕੰਟਰੀ 'ਚ, ਉਹਨਾਂ ਨੇ ਗ੍ਰੇਡ 12 ਨਹੀਂ ਕੀਤਾ, ਤੇ ਅਸੀਂ ਅਡਲਟਸ ਨੂੰ ਵੀ ਹਾਈ ਸਕੂਲ ਡਿਪਲੋਮਾ ਇਸ਼ੂ ਕਰਦੇ ਹੈਗੇ ਆ. ਸੋ ਇਟਸ ਵੈਰੀ ਪਰਸਨਲਾਈਜ਼ਡ. ਉਹ ਤੋਂ ਇਲਾਵਾ ਤੁਸੀਂ ਤੁਹਾਡੇ ਵੈਲਿਊ ਸਿਸਟਮਸ ਦੇਖ ਸਕਦੇ ਆ. ਕੁਝ ਫੈਮਲੀਆਂ ਨੇ ਸਾਡੀਆਂ ਜੋ ਕਿ ਰਿਲੀਜੀਅਸ ਫੈਮਲੀਜ਼ ਨੇ, ਉਹ ਥੋੜਾ ਜਿਹਾ ਫੇਥ ਐਲੀਮੈਂਟ ਲੈ ਕੇ ਆਉਣਾ ਚਾਹੁੰਦੇ ਨੇ. ਕੁਝ ਜਦੋਂ ਤੁਸੀਂ ਪਰਸਨਲਾਈਜ਼ਡ ਕਹਿੰਦੇ ਹੋ, ਦੈਟ ਮੀਨਸ ਐਵਰੀ ਸਟੂਡੈਂਟ ਦੇ ਲਈ, ਹਰ ਸਟੂਡੈਂਟ ਦੇ ਲਈ ਇੱਕ ਡਿਫਰੈਂਟ ਜਿਹੜੀ ਉਹ ਪਲਾਨ ਤਿਆਰ ਕੀਤੀ ਜਾਂਦੀ ਹੈ. ਇਜ਼ ਰਾਈਟ? ਐਬਸੋਲੂਟਲੀ, ਯਾ. ਤੇ ਇਹ ਤੁਹਾਨੂੰ ਕੀ ਲੱਗਦਾ ਕਿ ਪਬਲਿਕ ਸਿਸਟਮ ਦੇ ਵਿੱਚ ਇਹ ਪੋਸੀਬਲ ਹੈ? It's very hard for them because ਉਹਨਾਂ ਦੇ ਕੋਲ ਨੰਬਰਸ ਬਹੁਤ ਜ਼ਿਆਦਾ ਨੇ ਨਾ. ਬਟ ਆਈ ਥਿੰਕ ਪ੍ਰੋਬਲਮ ਇਹ ਨਹੀਂ ਕਿ ਨੰਬਰਸ ਬਹੁਤ ਜ਼ਿਆਦਾ ਨੇ, ਉਹਨਾਂ ਦਾ ਜਿਹੜਾ ਸਿਸਟਮ ਹੈਗਾ, ਐਂਡ ਮੈਂ ਕੋਈ ਗਲਤ ਨਹੀਂ ਉਹਨਾਂ ਨੂੰ ਕਹਿ ਰਹੀ, ਆਈ ਥਿੰਕ, ਕਿਉਂਕਿ ਮੈਂ ਖੁਦ ਪਬਲਿਕ ਸਿਸਟਮ 'ਚ ਪੜ੍ਹੀ ਹਾਂ ਐਂਡ ਬਹੁਤ ਹੀ ਜ਼ਿਆਦਾ ਗ੍ਰੇਟਫੁਲ ਹੈਗੀ ਹਾਂ ਕਿ ਸਾਨੂੰ ਫ੍ਰੀ ਐਜੂਕੇਸ਼ਨ ਮਿਲੀ ਹੈ. ਰੱਬ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਵਧੀਆ ਵਧੀਆ ਸਕੂਲਸ ਐਂਡ ਟੀਚਰਸ ਮਿਲੀਆਂ. ਸੋ ਮੈਂ ਬਿਲਕੁਲ, ਮੇਰਾ ਮਕਸਦ ਇਹ ਨਹੀਂ ਹੈ ਕਿ ਮੈਂ ਕਹਿ ਰਹੀ ਹਾਂ ਕਿ ਸਿਸਟਮ ਖਰਾਬ ਹੈ ਜਾਂ ਠੀਕ ਨਹੀਂ ਹੈ, ਬਟ ਆਈ ਥਿੰਕ ਕਿ ਹਰ ਸਿਸਟਮ ਦੇ ਵਿੱਚ ਅਸੀਂ ਇੰਪਰੂਵਮੈਂਟ ਲੈ ਕੇ ਆ ਸਕਦੇ ਹਾਂ. ਇੰਪਰੂਵਮੈਂਟ ਦੇ ਆਲਵੇਜ਼ ਚਾਂਸਸ ਹੁੰਦੇ ਆ. ਬਿਲਕੁਲ ਬਿਲਕੁਲ. ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸਾਡਾ ਸਿਸਟਮ ਹੈ, ਜਿਹੜੀ ਸਾਡੀ ਸੋਚ ਹੈ, ਉਹ ਸੋਚ ਸਾਨੂੰ ਬਦਲਣੀ ਪੈਣੀ ਹੈ ਕਿ ਸਕੂਲ ਦਾ ਮਕਸਦ ਕੀ ਹੈ. ਵਾਟ ਇਜ਼ ਅ ਸਕੂਲ? ਹੂ ਇਜ਼ ਅ ਟੀਚਰ? ਵਾਈ ਡੂ ਵੀ ਨੀਡ ਅ ਸਕੂਲ? ਉਹ ਜਿਹੜੇ ਸਵਾਲ ਨੇ ਨਾ, ਉਹ ਪੁੱਛਣੇ ਬਹੁਤ ਜ਼ਰੂਰੀ ਨੇ ਕਿਉਂਕਿ ਜ਼ਮਾਨਾ ਬਹੁਤ ਜਲਦੀ ਬਦਲ ਗਿਆ ਹੈ. ਰਾਈਟ? ਫੋਰ ਐਗਜ਼ਾਮਪਲ, ਮੈਂ ਤੁਹਾਨੂੰ ਛੋਟਾ ਜਿਹਾ ਇੱਕ ਸਵਾਲ ਪੁੱਛਦੀ ਹਾਂ. ਅੱਜ ਤੋਂ 25 ਸਾਲ ਪਹਿਲਾਂ ਜੇ ਮੈਂ ਕਿਸੇ ਨੂੰ ਪੁੱਛਾਂ ਕਿ is it important to know the capital of Canada? Yes, ਬੜਾ ਇੰਪੋਰਟੈਂਟ ਆ. ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੈਨੇਡਾ ਦਾ ਕੈਪੀਟਲ ਸਿਟੀ ਕੀ ਹੈ. ਬਿਲਕੁਲ. ਪਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇਹ ਗੱਲ ਇੰਨੀ ਇੰਪੋਰਟੈਂਟ ਨਹੀਂ ਹੈ ਕਿ ਤੁਹਾਨੂੰ ਪਤਾ ਹੈ ਜਾਂ ਨਹੀਂ ਪਤਾ. ਆਈ ਥਿੰਕ ਇਹ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਨਹੀਂ ਪਤਾ ਤੇ ਕੀ ਤੁਸੀਂ ਇਸ ਇਨਫੋਰਮੇਸ਼ਨ ਨੂੰ ਕੱਢ ਸਕਦੇ ਜੇ, ਕੀ ਤੁਸੀਂ ਉਹਨੂੰ ਕ੍ਰਿਟੀਕਲੀ ਐਨਾਲਾਈਜ਼ ਕਰ ਸਕਦੇ ਜੇ. ਐਂਡ ਸੋ ਇਟਸ ਮੋਰ ਇੰਪੋਰਟੈਂਟ ਟੂ ਨੋ how can I get this information? ਸੋ ਤੁਹਾਨੂੰ ਲੱਗਦਾ ਕਿ ਬਦਲੇ ਹੋਏ ਟਾਈਮ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਉਹ ਬਦਲੀਆਂ ਨਹੀਂ ਹੈਗੀਆਂ? ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜੀਆਂ ਚੇਂਜਸ ਲੋੜੀਂਦੀਆਂ ਨੇ ਇਸ ਵੇਲੇ, ਅਸੀਂ ਕੁਝ ਗੈਜਟਸ ਜਿਹੜੇ ਆ ਉਹ ਜ਼ਰੂਰ ਇੰਟਰੋਡਿਊਸ ਕਰ ਦਿੱਤੇ ਆ ਹੁਣ ਰੀਸੈਂਟ ਟਾਈਮ ਦੇ ਵਿੱਚ. ਕੋਵਿਡ ਦੇ ਵਿੱਚ ਤਾਂ ਇੰਨੀ ਕੁ ਜ਼ਿਆਦਾ ਆਪਾਂ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੀਆਂ ਆਦਤਾਂ ਪਾ ਦਿੱਤੀਆਂ, ਪਰ ਉਹਨਾਂ ਦਾ ਬਿਹਤਰ ਇਸਤੇਮਾਲ ਹਾਲੇ ਤੱਕ ਕੀਤਾ ਨਹੀਂ ਜਾ ਰਿਹਾ. ਇਜ਼ ਦੈਟ ਰਾਈਟ? ਬਿਲਕੁਲ. ਐਂਡ ਕ੍ਰਿਟੀਕਲ ਥਿੰਕਿੰਗ ਅਸੀਂ ਬੱਚਿਆਂ ਨੂੰ ਸਿਖਾ ਨਹੀਂ ਰਹੇ. ਕਿਉਂਕਿ ਜੇ ਤੁਸੀਂ ਕਿਸੇ ਚੀਜ਼ ਨੂੰ ਗੂਗਲ ਤੇ ਪੜ੍ਹ ਲਿਆ ਕਿ ਉਹ ਸੱਚ ਹੈ. ਅੱਛਾ, ਇੱਕ ਜਿਹੜਾ ਤੁਹਾਡਾ ਰੋਲ ਹੈਗਾ ਅੱਜ ਕੱਲ੍ਹ ਤੁਸੀਂ ਪਲੇ ਕਰ ਰਹੇ ਹੋ ਕਿ ਮਿਨਿਸਟਰੀ ਆਫ ਐਜੂਕੇਸ਼ਨ ਦੀ ਤੁਸੀਂ ਇੰਡੀਪੈਂਡੈਂਟ ਸਕੂਲ ਇੰਸਪੈਕਸ਼ਨ ਕਮੇਟੀ 'ਤੇ ਹੈਗੇ ਹੋ, ਉਹਦੇ ਵਿੱਚ ਕੀ ਤੁਸੀਂ ਕਰਦੇ ਹੋ? ਤੁਹਾਡਾ ਮੈਂ ਜਾਣਨਾ ਚਾਹੁੰਦੀ ਹਾਂ ਕਿ ਕੀ ਉਹਦੇ ਰਾਹੀਂ ਤੁਸੀਂ ਕੋਈ ਕੰਟਰੀਬਿਊਸ਼ਨ ਕਰ ਰਹੇ ਹੋ ਐਜੂਕੇਸ਼ਨ ਸਿਸਟਮ ਦੇ ਵਿੱਚ ਇੰਪਰੂਵਮੈਂਟ ਲਿਆਉਣ ਦੇ ਲਈ? ਸੋ ਜਿਹੜੀ ਸਾਡੀ ਇੰਡੀਪੈਂਡੈਂਟ ਸਕੂਲਸ, ਪਬਲਿਕ ਸਕੂਲਸ ਜਿਹੜੇ ਆ ਉਹ ਇੰਨੀ ਦਫਾ ਇੰਸਪੈਕਟ ਨਹੀਂ ਹੁੰਦੇ, ਪਰ ਜਿਹੜੇ ਪ੍ਰਾਈਵੇਟ ਸਕੂਲਸ ਨੇ, ਜਿੱਦਾਂ ਕਿ ਤੁਸੀਂ ਖਾਲਸਾ ਸਕੂਲ ਲੈ ਲਓ ਜਾਂ ਡਿਫਰੈਂਟ ਸਕੂਲਸ, ਹੋਲੀ ਕ੍ਰਾਸ ਜਾਂ ਜੋ ਵੀ ਇੰਡੀਪੈਂਡੈਂਟ ਸਕੂਲਸ ਨੇ, ਉਹਨਾਂ ਨੂੰ ਲੈ ਲਓ, ਉਹਨਾਂ ਨੂੰ ਹਰ ਸਾਲ ਮਿਨਿਸਟਰੀ ਆਫ ਐਜੂਕੇਸ਼ਨ ਜਾ ਕੇ ਇੰਸਪੈਕਟ ਕਰਦੀ ਹੈ. ਸੋ ਉਹਦੇ ਵਿੱਚ ਸਾਨੂੰ ਜਾ ਕੇ ਦੇਖਣਾ ਪੈਂਦਾ ਹੈਗਾ ਕਿ ਕੀ ਉਹ ਸਕੂਲ ਸਾਰੇ ਰੂਲਸ ਨੂੰ ਫੋਲੋ ਕਰ ਰਹੇ ਨੇ, ਕਰਿਕੂਲਮ ਉਹਨਾਂ ਦਾ ਠੀਕ ਹੈ, ਉਹਨਾਂ ਦੀਆਂ ਟੀਚਰਸ ਕਿਸ ਤਰ੍ਹਾਂ ਪਲਾਨਿੰਗ ਕਰਦੇ ਨੇ. ਐਂਡ ਦੈਨ ਸੋ ਐਜ਼ ਪਰ ਦ ਮਿਨਿਸਟਰੀਜ਼ ਗਾਈਡਲਾਈਨਸ, ਜੋ ਆਲਰੇਡੀ ਸੈੱਟ ਹੈਗੀਆਂ ਗਾਈਡਲਾਈਨਸ, ਉਹਨਾਂ ਨੂੰ ਹੀ ਤੁਸੀਂ ਦੇਖਣਾ ਹੁੰਦਾ ਕਿ ਉਹਨਾਂ ਗਾਈਡਲਾਈਨਸ ਦੇ ਹਿਸਾਬ ਨਾਲ ਚੱਲ ਰਿਹਾ. ਪਰ ਗਵਰਨਮੈਂਟ ਨੂੰ ਕੁਝ ਨਵੀਆਂ ਗਾਈਡਲਾਈਨਸ ਬਣਾਉਣ ਦੇ ਵਿੱਚ ਵੀ ਕਿਸੇ ਤਰੀਕੇ ਦੇ ਨਾਲ ਸਹਿਯੋਗ ਦਿੰਦੇ ਹੋ? ਵੈਲ, ਬਿਕਾਜ਼ ਜਦੋਂ ਫਿਰ ਅਸੀਂ ਉੱਥੇ ਦੇਖਦੇ ਹਾਂ ਕਈ ਵਾਰੀ ਸਕੂਲਸ ਬਹੁਤ ਹੀ ਵਧੀਆ ਇਨੋਵੇਟਿਵ ਚੀਜ਼ ਕਰ ਰਹੇ ਹੁੰਦੇ ਆ. ਸੋ ਵੀ ਕੈਨ ਟੇਕ ਦੈਟ ਇਨਫੋਰਮੇਸ਼ਨ ਬੈਕ. ਉਹ ਕਨਵਰਸੇਸ਼ਨਸ ਹੁੰਦੀਆਂ ਨੇ ਤੇ ਸ਼ਾਇਦ ਤੁਹਾਨੂੰ ਪਤਾ ਹੋਏ ਕਿ ਰੀਸੈਂਟਲੀ ਮੇਬੀ ਨਾਟ, ਬਟ ਜਿਹੜੀ ਸਾਡੇ ਲਈ ਬਹੁਤ ਇੰਪੋਰਟੈਂਟ ਗੱਲ ਹੈ ਕਿ ਮਾਰਚ 2020 ਦੇ ਵਿੱਚ ਇੱਕ ਨਵੀਂ ਬਿੱਲ 8 ਪਾਸ ਹੋਇਆ ਸੀ ਜਿਹਨੇ ਕਿ ਆਨਲਾਈਨ ਐਜੂਕੇਸ਼ਨ ਨੂੰ ਬਿਲਕੁਲ ਬਦਲ ਦਿੱਤਾ. ਇਟਸ ਚੇਂਜਡ ਸੋ ਮਚ. ਸੋ ਉਹ ਹੁਣ ਜੋ ਬਿੱਲ ਉਹਨਾਂ ਨੇ ਮਾਰਚ 'ਚ ਪਾਸ ਕੀਤਾ ਸੀ, ਉਹਨੂੰ ਇੰਪਲੀਮੈਂਟ ਇਸ ਜੂਨ 'ਚ
ਕੀਤਾ ਗਿਆ ਹੈਗਾ, ਉਹਦੀ ਪਾਲਿਸੀ ਬਣਾਈ ਹੈ। ਸੋ ਫਰਮ ਦ ਬਿਲ ਟੂ ਦ ਪਾਲਿਸੀ ਉਹਦੇ ਵਿੱਚ ਕਾਫੀ ਸਾਡੀ ਕਮੇਟੀ ਦੀ ਕੰਟਰੀਬਿਊਸ਼ਨ ਸੀ, ਸਾਡੇ ਪੇਰੈਂਟਸ ਦੀ ਸੀਗੀ। ਸੋ we're trying to shape the future of online education and ਕਿਹੋ future ਜਿਹੀਆਂ of ਚੇਂਜਸ education. ਥੋੜਾ ਜਿਹਾ ਜ਼ਿਕਰ ਕਰ ਸਕਦੇ ਹੋ ਤੁਸੀਂ ਕਿ ਕਿਹੋ ਜਿਹੀਆਂ ਚੇਂਜਸ ਆਉਣਗੀਆਂ ਉਹ ਨਵੀਆਂ ਇੰਪਲੀਮੈਂਟੇਸ਼ਨ ਦੇ ਨਾਲ? ਸਭ ਤੋਂ ਵੱਡਾ ਚੇਂਜ ਜਿਹੜਾ ਨਵਜੋਤ ਜੀ ਆ ਰਿਹਾ ਹੈਗਾ ਉਹ ਹੈਗਾ ਕਿ ਰਾਈਟ ਨਾਓ ਇੱਕ ਬੱਚਾ ਡਿਫਰੈਂਟ ਸਕੂਲਸ ਦੇ ਵਿੱਚ ਸੇਮ ਟਾਈਮ ਜਾ ਸਕਦਾ ਹੈਗਾ। ਸੋ ਜੇ ਤੁਸੀਂ ਪ੍ਰਿੰਸੈਸ ਮਾਰਗਰੇਟ ਦੇ ਵਿੱਚ ਪੜ੍ਹਾਈ ਕਰ ਰਹੇ ਜੇ ਤੇ ਤੁਸੀਂ ਆਨਲਾਈਨ ਕੋਰਸ ਲੈ ਸਕਦੇ ਆ ਕੁਕਟਲਮ ਆਨਲਾਈਨ ਸਕੂਲ ਦੇ ਵਿੱਚ, ਜਾਂ ਕੋਈ ਡਿਫਰੈਂਟ ਪ੍ਰੋਗਰਾਮ ਰਿਚਮੰਡ ਦੇ ਵਿੱਚ ਹੈਗਾ ਤੇ ਤੁਸੀਂ ਰਿਚਮੰਡ ਦਾ AP ਪ੍ਰੋਗਰਾਮ ਲੈ ਸਕਦੇ ਜੇ, ਈਵਨ ਦੋ ਤੁਸੀਂ ਸਰੀ ਦੇ ਵਿੱਚ ਰਹਿ ਰਹੇ ਜੇ ਤੇ ਸਰੀ ਦੇ ਫੁੱਲ ਟਾਈਮ ਸਕੂਲ ਤੇ ਜਾਂਦੇ ਜੇ। ਪਰ ਇਹ ਜਿਹੜੀ ਪਾਲਿਸੀ ਆਈ ਹੈਗੀ ਆ ਇਹਦੇ ਨਾਲ ਜਿਹੜੀਆਂ ਡਿਸਟ੍ਰਿਕਟ ਕ੍ਰਾਸ ਇਨਰੋਲਮੈਂਟਸ ਨੇ ਉਹਨਾਂ ਨੇ ਉਹਨੂੰ ਬੰਦ ਕਰ ਦੇਣਾ ਹੈਗਾ। ਸੋ ਕਾਫੀ ਜਿਹੜੀ ਤੁਹਾਡੀ ਚੋਇਸ ਹੈਗੀ ਆ ਉਸ ਚੋਇਸ ਨੂੰ ਉਹਨਾਂ ਨੇ ਰਿਸਟ੍ਰਿਕਟ ਕੀਤਾ ਹੈਗਾ। ਸੋ ਦੈਟਸ ਵਨ ਆਫ ਦ ਚੇਂਜਸ ਕਿ ਜਿਹੜੀ ਆਪਾਂ ਕੋਈ ਇੰਨੀ ਜ਼ਿਆਦਾ ਫਰੀडम ਹੈਗੀ ਆ। ਕਾਫੀ ਬੱਚੇ ਨੇ ਸਾਡੇ ਸਕੂਲ ਡਿਸਟ੍ਰਿਕਟ ਦੇ ਵਿੱਚ ਜਿਹੜੇ ਕਿ e-bus ਦੇ ਕੋਰਸਿਸ ਲੈ ਰਹੇ ਨੇ ਜਾਂ whatever, ਤੇ ਉਹ ਡਿਸਟ੍ਰਿਕਟ ਤੋਂ ਬਾਹਰ ਨੇ, ਉਹ ਸਕੂਲ ਡਿਸਟ੍ਰਿਕਟ ਤੋਂ ਬਾਹਰ ਨੇ। ਸੋ ਦੇਰ ਚੇਂਜਸ ਅਰਾਊਂਡ ਦੈਟ। ਉਸ ਤੋਂ ਇਲਾਵਾ ਆਨਲਾਈਨ ਐਜੂਕੇਸ਼ਨ ਕੀ ਹੈਗੀ ਆ, ਕਿੰਨੇ ਕੋਰਸਿਸ ਤੁਸੀਂ ਆਨਲਾਈਨ ਲੈ ਸਕਦੇ ਹੋ। ਸੋ ਕਾਫੀ ਟੈਕਨੀਕਲ ਚੇਂਜਸ ਆ ਰਹੇ ਨੇ ਜੋ ਕਿ ਸਾਨੂੰ ਰਾਈਟ ਨਾਓ ਫੀਲ ਨਹੀਂ ਹੋ ਰਹੇ, ਪਰ ਸਪਟੈਂਬਰ ਦੇ ਵਿੱਚ ਉਹ ਸਾਰੇ ਫੈਮਲੀਜ਼ ਉਹਨੂੰ ਫੀਲ ਕਰਨਗੇ। ਅੱਛਾ, ਆਉਣ ਵਾਲੇ ਜਿਹੜਾ ਸੈਪਟੈਂਬਰ ਆ ਇਸ ਸਾਲ ਤੋਂ ਪ੍ਰੋਬਬਲੀ ਜਿਹੜੇ ਬੱਚੇ ਨੇ ਤੇ ਪੇਰੈਂਟਸ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਹੋਰ ਐਜੂਕੇਟ ਕੀਤਾ ਜਾਏਗਾ। Absolutely. I think ਉਹਦੀ ਐਜੂਕੇਸ਼ਨ ਦੀ ਜ਼ਰੂਰਤ ਹੈਗੀ ਆ। ਐਂਡ ਈਵਨ ਕੰਸਲਟੇਸ਼ਨ, ਜਦੋਂ ਇਹ ਸਾਰੀ ਕੰਸਲਟੇਸ਼ਨ ਹੋ ਰਹੀ ਸੀਗੀ ਤੇ I was on one of the boards ਤੇ ਮੈਂ ਉਦੋਂ ਵੀ ਉਹਨਾਂ ਨੂੰ ਕਿਹਾ ਸੀਗਾ ਕਿ ਸਭ ਤੋਂ ਵੱਡਾ ਜਿਹੜਾ ਸਾਡਾ ਸਕੂਲ ਡਿਸਟ੍ਰਿਕਟ ਹੈਗਾ ਉਹ ਹੈਗਾ ਸਕੂਲ ਡਿਸਟ੍ਰਿਕਟ 36। ਉਹਦੇ ਵਿੱਚ ਇਮੀਗ੍ਰੈਂਟ ਪੇਰੈਂਟਸ ਬਹੁਤ ਜ਼ਿਆਦਾ ਨੇ ਤੇ ਤੁਸੀਂ ਕੋਸ਼ਿਸ਼ ਵੀ ਨਹੀਂ ਕੀਤੀ ਕਿ ਤੁਸੀਂ ਜਿਹੜੇ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਪੇਰੈਂਟਸ ਨੇ ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ। ਕਮ ਸੇ ਕਮ ਤੁਹਾਨੂੰ ਰੇਡੀਓ ਤੇ ਵੀ ਆਉਣਾ ਚਾਹੀਦਾ ਸੀਗਾ, ਜਾਂ ਤੁਹਾਨੂੰ ਪੰਜਾਬੀ ਲੈਂਗੁਏਜ ਦੇ ਵਿੱਚ ਕੁਝ ਲਿਟਰੇਚਰ ਬਣਾ ਕੇ ਭੇਜਣਾ ਚਾਹੀਦਾ ਸੀਗਾ। ਸੋ ਆਈ ਰੀਅਲੀ ਫੈਲਟ ਕਿ ਜਿਹੜੀ ਸਾਡੀ ਐਥਨਿਕ ਵੌਇਸ ਹੈਗੀ ਆ ਉਹ ਸੁਣੀ ਨਹੀਂ ਗਈ ਐਂਡ ਐਕਚੁਅਲੀ ਉਹਨੂੰ ਕੰਸੀਡਰ ਵੀ ਨਹੀਂ ਕੀਤਾ ਗਿਆ। ਸੋ ਜਦੋਂ ਫਿਰ I brought that up, ਫਿਰ ਉਹਨੇ ਫੋਕਸ ਗਰੁੱਪਸ ਕੀਤੇ ਐਂਡ ਫਿਰ ਉਹਨੇ ਪੇਰੈਂਟਸ ਨੂੰ ਇਨਵਾਈਟ ਕੀਤਾ ਟ੍ਰਾਂਸਲੇਟਰਸ ਦੇ ਨਾਲ। ਸੋ ਆਈ ਮੀਨ ਸਾਰੇ ਟਰਾਈ ਕਰ ਰਹੇ ਆ, ਪਰ ਆਈ ਥਿੰਕ ਇਟਸ ਨਾਟ ਸੈਕੰਡ ਨੇਚਰ। ਸਾਰੇ ਇੱਦਾਂ ਨਹੀਂ ਸੋਚਦੇ ਕਿ ਵੀ ਸ਼ੁਡ ਇਨਕਲੂਡ ਐਵਰੀਬਡੀ। ਇਨਕਲੂਜਨ ਹਲੇ ਵੀ ਪ੍ਰੋਬਲਮ ਹੈਗੀ ਆ। ਸਾਮਾ ਜੀ, ਇੱਕ ਹੋਰ ਕਮਰਸ਼ੀਅਲ ਬ੍ਰੇਕ ਦਾ ਸਮਾਂ ਹੋ ਰਿਹਾ, ਨਿਊਜ਼ ਦਾ ਇੱਕ ਬੁਲੇਟਿਨ ਹੋਏਗਾ, ਉਸ ਤੋਂ ਬਾਅਦ ਤੁਹਾਡੀ ਮੇਰੀ ਇਹ ਗੱਲਬਾਤ ਚੱਲਦੀ ਹੋਏਗੀ। ਪਰ ਇੱਕ ਹੋਰ ਬਹੁਤ ਇੰਟਰਸਟਿੰਗ ਇਨਫੋਰਮੇਸ਼ਨ ਮੈਂ ਤੁਹਾਡੇ ਕੋਲੋਂ ਲੈਣਾ ਚਾਹੁੰਦੀ ਹਾਂ। ਮੈਂ ਤੁਹਾਨੂੰ ਅੱਜ ਵੱਖਰੇ ਅੰਦਾਜ਼ ਦੇ ਵਿੱਚ ਦੇਖ ਰਹੀ ਹਾਂ। ਮੈਂ ਕੁਝ ਫੇਸਬੁੱਕ 'ਤੇ ਤੁਹਾਡੀਆਂ ਪਿਕਚਰਸ ਵੀ ਦੇਖੀਆਂ। ਤੁਹਾਡੇ ਵਾਲਾਂ ਦਾ ਜਿਹੜਾ ਰੰਗ ਆ ਉਹ ਬਦਲ ਗਿਆ ਆ, ਪਰ ਜਿਹੜਾ ਵਾਲਾਂ ਦਾ ਰੰਗ ਤੁਸੀਂ ਇਹ ਨਵਾਂ ਰੰਗ ਰੱਖਿਆ ਇਹਦੇ ਬਾਰੇ ਮੇਰਾ ਕਾਫੀ ਜ਼ਿਆਦਾ ਇੰਟਰਸਟ ਪੈਦਾ ਹੋ ਰਿਹਾ, ਕਿਉਂਕਿ ਇਹ ਬਹੁਤ ਈਜ਼ੀ ਨਹੀਂ ਇਹ ਚੋਇਸ ਬਣਾਉਣੀ ਜਿਹੜੀ ਚੋਇਸ ਤੁਸੀਂ ਬਣਾਈ ਹੈ। ਮੋਸਟ ਆਫ ਦਾ ਟਾਈਮ ਜਿਹੜਾ ਵਾਲਾਂ ਦਾ ਕੁਦਰਤੀ ਰੰਗ ਹੈ ਅੱਜ ਕੱਲ੍ਹ ਸਾਨੂੰ ਦੇਖਣ ਨੂੰ ਘੱਟ ਮਿਲ ਰਿਹਾ ਹੈਗਾ। ਇਹ ਤੁਹਾਡੀ ਲੁੱਕ ਬਹੁਤ ਖੂਬਸੂਰਤ ਲੱਗ ਰਹੀ ਹੈ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ। ਦੂਸਰੀ ਚੀਜ਼ ਹੈ ਕਿ ਇਹ ਤੁਸੀਂ ਆਪਣੇ ਆਪ ਦੇ ਵਿੱਚ, ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਇੱਕ ਇਹ ਵੱਡੀ ਚੇਂਜ ਹੈ ਅਤੇ ਇਹਨੂੰ ਐਕਸੈਪਟ ਕਰਨਾ ਕਈ ਵਾਰ ਸਾਨੂੰ ਉਹ ਚੈਲੰਜ ਲੱਗ ਰਿਹਾ ਹੁੰਦਾ। ਪਰ ਮੈਂ ਕੰਗਰੈਚੂਲੇਟ ਕਰਦੀ ਹਾਂ ਕਿ ਤੁਸੀਂ ਇਸ ਨਵੀਂ ਲੁੱਕ ਦੇ ਵਿੱਚ ਇੱਕ ਤਾਂ ਖੂਬਸੂਰਤ ਬਹੁਤ ਲੱਗ ਰਹੇ ਹੋ, ਦੂਜਾ ਇੰਸਪਾਇਰਿੰਗ ਵੀ ਬਹੁਤ ਲੱਗ ਰਹੇ ਹੋ। ਮੈਨੂੰ ਪਤਾ ਕਿ ਤੁਸੀਂ ਇੱਕ ਕਾਉਂਸਲਰ ਵੀ ਹੈਗੇ ਹੋ, ਪਰ ਤੁਸੀਂ ਜਿਹੜੀ ਕਾਉਂਸਲਿੰਗ ਕਰਦੇ ਹੋ ਉਹ ਬੜਾ ਸਪੈਸ਼ਲਾਈਜ਼ਡ ਜਿਹਾ ਫੀਲਡ ਹੈ। ਉਹਦੇ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਕਿ ਮੈਂ ਅੱਜ ਤੁਹਾਡੀ ਜਿਹੜੀ ਨਵੀਂ ਲੁੱਕ ਹੈ ਉਹਦੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਬਹੁਤ ਵਾਰ ਇਹ ਹੁੰਦਾ ਕਿ ਜਦੋਂ ਸਾਡੇ ਵਾਲ ਜਿਹੜੇ ਨੇ, ਕਿਉਂਕਿ ਹੁਣ ਸਾਡੇ ਸੁਣਨ ਵਾਲੇ ਤੁਹਾਨੂੰ ਇਸ ਟਾਈਮ ਦੇਖ ਨਹੀਂ ਰਹੇ, ਪਰ ਜਦੋਂ ਵੀਡੀਓ ਦੇਖਣਗੇ ਉਹਨਾਂ ਨੂੰ ਅਹਿਸਾਸ ਹੋਏਗਾ। ਮੈਂ ਸੁਣਨ ਵਾਲਿਆਂ ਨੂੰ ਥੋੜ੍ਹਾ ਜਿਹਾ ਡਿਸਕਰਾਈਬ ਵੀ ਕਰਨਾ ਚਾਹੁੰਦੀ ਹਾਂ ਕਿ ਬੜੇ ਖੂਬਸੂਰਤ ਲੱਗ ਰਹੇ ਆ ਸਾਇਮਾ ਨਾਜ਼ ਹੁਣੀ। ਚਿੱਟੇ ਵਾਲ ਜਿਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਗ੍ਰੇ ਹੇਅਰ ਕਿਹਾ ਜਾਂਦਾ ਹੈ, ਮਿਕਸ ਜਿਹਾ ਹੈ, ਉਹ ਬਹੁਤ ਖੂਬਸੂਰਤ ਲੱਗ ਰਿਹਾ। ਪਰ ਅੱਜ ਕੱਲ੍ਹ ਬਹੁਤੀਆਂ ਜਿਹੜੀਆਂ ਲੇਡੀਜ਼ ਨੇ ਜਾਂ ਈਵਨ ਆਦਮੀ ਨੇ, ਉਹ ਇਸ ਚੀਜ਼ ਨੂੰ ਪ੍ਰੈਫਰ ਕਰਦੇ ਆ ਕਿ ਵਾਲਾਂ ਦਾ ਇਹ ਜਿਹੜਾ ਕੁਦਰਤੀ ਰੰਗ ਹੈ ਉਹਨੂੰ ਲੁਕੋ ਲਿਆ ਜਾਵੇ। ਸਾਇਮਾ ਨਾਜ਼ ਹੁਣੀ ਜ਼ਰੂਰ ਕੁਝ ਸਾਲ ਪਹਿਲਾਂ ਮੈਂ ਹੋਰ ਰੰਗ ਦੇ ਇਹਨਾਂ ਦੇ ਵਾਲ ਦੇਖੇ ਆ ਜਿਹੜੇ ਸ਼ਾਇਦ ਕੁਦਰਤੀ ਸੀਗੇ ਜਾਂ ਨਹੀਂ ਕੁਦਰਤੀ ਸੀਗੇ, ਪਰ ਇਹਨਾਂ ਨੇ ਥੋੜ੍ਹੀ ਦੇਰ ਪਹਿਲਾਂ ਹੀ ਇਹ ਗੱਲ ਐਡਮਿਟ ਕੀਤੀ ਹੈ, ਕਹਿੰਦੇ ਕਿ ਨਹੀਂ, ਇਸ ਵੇਲੇ ਮੇਰੇ ਵਾਲਾਂ ਦਾ ਕੁਦਰਤੀ ਰੰਗ ਹੈ। ਸੋ ਸਾਇਮਾ ਨਾਜ਼ ਜੀ, ਜਦੋਂ ਅਸੀਂ ਬੋਡੀ ਦੀ ਗੱਲ ਕਰਦੇ ਹਾਂ ਜਾਂ ਅਸੀਂ ਆਪਣੀ ਲੁੱਕ ਦੀ ਗੱਲ ਕਰਦੇ ਹਾਂ, ਬਹੁਤ ਲੋਕ ਨੇ ਜਿਹੜੇ ਆਪਣੀ ਲੁੱਕ ਦੇ ਵਿੱਚ ਕੰਫਰਟੇਬਲ ਨਹੀਂ ਹੁੰਦੇ, ਇੱਕ ਆਈਡੀਅਲ ਲੁੱਕ ਦੇ ਲਈ ਉਹ ਹਮੇਸ਼ਾ ਸਟਰਗਲ ਕਰਦੇ ਰਹਿੰਦੇ ਆ।
ਜਾਂ ਇੱਕ ਉਹ ਆਈਡੀਅਲ ਲੁੱਕ ਉਹਨਾਂ ਦੀ ਨਜ਼ਰ ਦੇ ਵਿੱਚ ਹੁੰਦੀ ਆ ਜਿਹਨੂੰ ਲੋਕ ਐਕਸੈਪਟ ਕਰਦੇ ਆ। ਲੋਕਾਂ ਦੀ ਨਜ਼ਰ ਦੇ ਵਿੱਚ ਉਹ ਵੈਲੀਡੇਸ਼ਨ ਦੇ ਲਈ ਟਰਾਈ ਕਰਦੇ ਰਹਿੰਦੇ ਆ, ਕਦੇ ਮੋਟੇ ਹੋ ਗਏ, ਕਦੇ ਪਤਲੇ ਹੋ ਗਏ, ਲੰਬੇ ਵਾਲ ਰੱਖ ਲਏ, ਛੋਟੇ ਵਾਲ ਰੱਖ ਲਏ, ਵਾਲਾਂ ਦਾ ਰੰਗ ਬਦਲ ਲਿਆ, ਪਰ ਅੰਦਰੋਂ ਸੈਟਿਸਫੈਕਸ਼ਨ ਨਹੀਂ ਹੋ ਰਹੀ ਹੁੰਦੀ। ਅੱਜ ਤੁਸੀਂ ਆਪਣੀ ਲੁੱਕ ਬਾਰੇ ਦੱਸੋ ਕਿ ਤੁਸੀਂ ਕਿੰਨੇ ਕੁ ਸੈਟਿਸਫਾਈਡ ਹੋ ਇਸ ਲੁੱਕ ਦੇ ਨਾਲ? Yeah, great question. I think ਸਭ ਤੋਂ ਜ਼ਿਆਦਾ ਲਾਈਫ ਦੇ ਵਿੱਚ ਇਸ ਟਾਈਮ ਦੇ ਵਿੱਚ ਮੈਂ ਆਪਣੀ ਸਕਿਨ ਦੇ ਵਿੱਚ ਬਹੁਤ ਜ਼ਿਆਦਾ ਕੰਫਰਟੇਬਲ ਹਾਂ। I feel the most accepting. ਤੁਹਾਡਾ acronym ਜਿਹੜਾ accept is beautiful. Accept ਇੱਕ ਬਹੁਤ ਬਿਊਟੀਫੁਲ ਵਰਡ ਹੈ, ਲਫ਼ਜ਼ ਹੈ, ਕਿ ਆਪਣੇ ਆਪ ਨੂੰ ਜਦੋਂ ਤੁਸੀਂ ਐਕਸੈਪਟ ਕਰ ਲਓ ਨਾ, ਤੇ ਬਾਹਰ ਦਾ ਦੁਸ਼ਮਣ ਤੁਹਾਨੂੰ ਕਦੀ ਕੁਛ ਕਰ ਨਹੀਂ ਸਕਦਾ। ਬਿਕਾਜ਼ ਕਈ ਵਾਰੀ ਮੈਨੂੰ ਲੱਗਦਾ ਕਿ ਅਸੀਂ ਆਪਣੇ ਸਭ ਤੋਂ ਜ਼ਿਆਦਾ ਵੱਡੇ ਐਨਮੀਜ਼ ਹੁੰਦੇ ਆ। ਸੋ ਆਈ ਫੀਲ really comfortable with my skin. Right now ਮੈਂ 25 almost 30 pounds overweight, like ਜੋ ਮੇਰਾ normal weight ਹੁੰਦਾ due to the pregnancy, weight ਮੇਰਾ ਵਧੀਆ ਹੈਗਾ। ਦੇ ਪਿਛਲੇ 2 ਸਾਲ ਤੋਂ ਮੈਂ ਆਪਣੇ ਵਾਲਾਂ ਨੂੰ ਨੈਚੁਰਲ ਕਲਰ ਤੇ ਛੱਡਤਾ ਸੀਗਾ, and I feel really comfortable. Another reason ਇਸ ਕਰਕੇ ਸੀਗਾ ਕਿ because ਮੈਨੂੰ ਹਮੇਸ਼ਾ ਬਹੁਤ ਡਿਸਕੰਫਰਟ ਹੁੰਦਾ ਸੀ ਨਵਜੋਤ, ਜਦੋਂ ਥੋੜੇ ਜਿਹੇ ਮੇਰੇ ਗ੍ਰੇ ਨਿਕਲਦੇ ਸੀ ਵਾਲ, ਐ ਮੇਰੇ ਗ੍ਰੇ ਵਾਲ ਹੋਣੇ 13 ਸਾਲ ਦੀ ਏਜ ਤੇ ਹੋਣੇ ਸ਼ੁਰੂ ਹੋ ਗਏ ਸੀ। ਅੱਛਾ, ਥੋੜੇ ਹੋਏ, ਫਿਰ 14 ਤੇ ਜ਼ਿਆਦਾ ਹੋਏ, 15 ਤੇ ਜ਼ਿਆਦਾ ਹੋਏ, 18 ਤੇ ਬਹੁਤ ਜ਼ਿਆਦਾ ਸੀ। ਸੋ ਮੈਨੂੰ ਡਾਈ ਕਰਨਾ ਪੈਂਦਾ ਸੀ। ਸੋ ਹਰ 3 ਵੀਕਾਂ ਬਾਅਦ ਸੈਲੂਨ ਤੇ ਜਾਣਾ, 3 ਘੰਟੇ ਬੈਠਣਾ, ਡਾਈ ਕਰਾਉਣੀ, ਪੇ ਕਰਨਾ, ਐਂਡ ਇਟ ਵਾਸ ਇੰਪੋਰਟੈਂਟ ਕਿ ਜੇ ਕੋਈ ਵਿੱਚ ਕੋਈ ਮੀਟਿੰਗ ਆ ਗਈ ਤੇ ਗ੍ਰੇ ਨੇ ਤੇ ਤੁਹਾਨੂੰ ਘਰ ਦੇ ਵਿੱਚ ਕੋਈ ਸਪਰੇ ਕਰਨਾ ਪੈਂਦਾ ਸੀ, ਜਾਂ ਕੋਈ ਮਸਕਾਰਾ ਲੈ ਕੇ ਉਹਨੂੰ ਕਵਰ ਕਰੋ। ਲਾਈਕ ਬਹੁਤ ਜ਼ਿਆਦਾ ਹੈਸਲ ਸੀ, ਐਂਡ ਮੈਂ ਬਹੁਤ ਅਨਕੰਫਰਟੇਬਲ ਫੀਲ ਕਰਦੀ ਸੀ ਇਸ ਗੱਲ ਨੂੰ ਲੈ ਕੇ ਕਿ I'm not accepting myself. ਸੋ ਜਦੋਂ ਇਹ ਕੋਵਿਡ ਹੋਇਆ, I got married, ਘਰ ਦੇ ਵਿੱਚ ਉਦਾਂ ਹੀ ਮੇਰੇ ਕੋਲ ਜਾ ਨਹੀਂ ਹੋਇਆ ਸੈਲੂਨ, ਕਿ ਯਾਰ ਪਿੱਛੇ ਜੋ ਸਟਾਰਟਿੰਗ ਦੇ ਸੈਲੂਨ ਬੰਦ ਹੋ ਗਏ ਸੀ। ਘਰ ਦੇ ਵਿੱਚ ਸਾਰੇ ਮੈਨੂੰ ਕਹਿਣ ਲੱਗੇ, ਉਹ ਤੈਨੂੰ ਕੀ ਹੋ ਗਿਆ, ਤੂੰ ਆਪਣੇ ਵਾਲ ਠੀਕ ਕਰਾ, ਤੈਨੂੰ ਮੈਂ ਡੱਬਾ ਲਿਆ ਦਿੰਦੇ ਆ ਘਰ ਦੇ, not my husband but like my extended family. And ਮੈਨੂੰ ਬਹੁਤ ਉਹ ਗੱਲ ਲੈ ਕੇ ਨਾ, like it would pinch me, and as an experiment ਤੁਹਾਨੂੰ ਲੱਗ ਰਿਹਾ ਸੀ ਕਿ ਵੀ ਇਹ ਮੈਨੂੰ ਇਸ ਲੁੱਕ ਦੇ ਵਿੱਚ ਐਕਸੈਪਟ ਨਹੀਂ ਕਰ ਰਹੇ, ਔਰ ਮੈਂ ਖੁਦ ਨਹੀਂ ਸੀ ਕਰ ਰਹੀ ਆਪਣੇ ਆਪ ਨੂੰ। ਮੈਂ ਨਾ ਬੰਡਾਨਾ ਪਾਉਣਾ ਸ਼ੁਰੂ ਕਰਤਾ, ਲੁਕਾਉਣਾ ਸ਼ੁਰੂ ਕਰਤਾ। ਜੇ ਕਿਤੇ ਹਾਈਕ ਤੇ ਜਾਣਾ ਤੇ ਮੈਂ ਕਵਰ ਕਰ ਲੈਣੇ ਵਾਲ ਆਪਣੇ, ਐਂਡ ਮੈਨੂੰ ਲੱਗਣਾ ਕਿ ਸਾਰੇ ਮੈਨੂੰ ਦੇਖ ਰਹੇ ਆ। ਸੋ ਮੈਂ ਨੋਟਿਸ ਕਰ ਰਹੀ ਸੀ ਕਿ ਕਿੰਨੀ ਜ਼ਿਆਦਾ ਜਜਮੈਂਟ, ਸੈਲਫ ਜਜਮੈਂਟ ਮੇਰੇ ਵਿੱਚ ਆ ਰਹੀ ਆ, ਐਂਡ ਉਸ ਨੂੰ ਓਵਰਕਮ ਕਰਨ ਵਾਸਤੇ ਮੈਂ ਕਿਹਾ no, I'm going to, ਮੈਂ ਇਹਦੇ ਨਾਲ I'm going to stick to it. And then ਮੈਂ ਇਹਦੇ ਬਾਰੇ ਪੋਸਟ ਕਰਨਾ ਮੈਂ ਸ਼ੁਰੂ ਕਰਤਾ ਫੇਸਬੁੱਕ ਤੇ, ਸੋਸ਼ਲ ਮੀਡੀਆ ਦੇ ਉੱਤੇ, ਐਂਡ ਇੱਕ ਗਰੁੱਪ ਆ ਜਿਹਨੂੰ ਮੈਂ ਫੋਲੋ ਕਰਦੀ, ਜਿਸ 'ਚ ਕਾਫੀ ਜ਼ਿਆਦਾ ਪਾਕਿਸਤਾਨੀ ਔਰਤਾਂ ਨੇ, ਸਾਊਥ ਏਸ਼ੀਅਨ ਕਮਿਊਨਿਟੀ ਦੀਆਂ, ਐਂਡ ਮੈਂ ਆਪਣੀ ਤਸਵੀਰਾਂ ਲਗਾਤੀਆਂ ਉਹਦੇ ਵਿੱਚ ਕਿ this is my journey. And ਉਹਦੇ ਵਿੱਚ ਬਹੁਤ ਸਾਰਾ ਪੋਜ਼ਿਟਿਵ ਵੀ, ਬਹੁਤ ਜ਼ਿਆਦਾ ਨੈਗੇਟਿਵ ਰਿਮਾਰਕਸ ਵੀ ਆਏ ਉੱਥੇ। ਮੈਨੂੰ ਪਤਾ ਇੱਕ ਜਿਹੜਾ ਕਮੈਂਟ ਮੈਨੂੰ ਯਾਦ ਆ, ਮੈਨੂੰ ਕਹਿੰਦੀ, ਲੱਗਦਾ ਤੁਹਾਡੀ ਨਵੀਂ ਸ਼ਾਦੀ ਹੋਈ ਆ, ਤੁਹਾਡੀ ਮਦਰ ਇਨ ਲਾ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਉਹਨੇ ਬੁੱਢੀ ਔਰਤ ਦੇ ਨਾਲ ਆਪਣੇ ਬੇਟੇ ਨੂੰ ਵਿਆਹ ਦਿੱਤਾ? Wow. I was like, and I just wrote on the bottom, I said, no, my mother-in-law is very educated. She's an educated woman. And so ਇਸ ਤਰ੍ਹਾਂ ਦੇ comments ਦਾ ਦੂਸਰੀਆਂ ਔਰਤਾਂ ਤੋਂ ਆ ਰਹੇ ਸੀ ਮੈਨੂੰ ਕਿ ਤੁਸੀਂ ਬਹੁਤ ਓਲਡ ਲੱਗਦੇ ਜੇ। ਐਂਡ ਯਾਰ, ਕੋਈ ਓਲਡ ਹੋਣਾ ਕੋਈ ਗੁਨਾਹ ਹੈ? ਆਈ ਥਿੰਕ ਕਿੰਨੀ ਵੱਡੀ ਇੱਕ ਨਿਮਤ ਹੈ, ਕੁਝ ਲੋਕਾਂ ਨੂੰ ਨਸੀਬ ਹੀ ਨਹੀਂ ਹੁੰਦੀ। ਲਾਈਕ ਮਾਈ ਮਦਰ ਡਾਈਡ। ਦੇਖੋ ਨਾ, ਇਹ ਬਿਲਕੁਲ ਇੱਕ ਡਿਫਰੈਂਟ ਚੀਜ਼ ਹੈ ਜਿਹੜੀ ਤੁਸੀਂ ਅੱਜ ਸ਼ੇਅਰ ਕਰ ਰਹੇ ਹੋ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਔਰਤਾਂ ਹੀ ਨਹੀਂ, ਆਦਮੀ ਵੀ ਇਸ ਚੀਜ਼ ਤੋਂ ਇੰਸਪਾਇਰ ਹੋਣਗੇ, ਆਪੋ ਆਪਣੀ ਲੁੱਕ ਦੇ ਨਾਲ ਕੰਫਰਟੇਬਲ ਹੋਣਗੇ। ਕਾਰਨ ਇਹ ਹੈ ਕਿ ਆਮ ਕਰਕੇ ਜਦੋਂ ਵਿਆਹ ਹੋਣ ਵਾਲਾ ਹੁੰਦਾ, ਜਾਂ ਤੁਸੀਂ ਨਵੇਂ ਵਿਆਹੇ ਗਏ ਹੁੰਦੇ, ਉਦੋਂ ਤੁਸੀਂ ਹਾਰ ਸ਼ਿੰਗਾਰ ਜਾਂ ਇਹ ਜਿਹੜਾ ਮੇਕਅਪ ਜਾਂ ਇਹ ਸਾਰਾ ਕੁਝ ਕਰਨਾ ਜ਼ਿਆਦਾ ਜ਼ਰੂਰੀ ਸਮਝ ਰਹੇ ਹੁੰਦੇ ਆ। ਪਰ ਤੁਸੀਂ ਉਸ ਮੋੜ 'ਤੇ ਕੀਤਾ, ਤੁਹਾਡਾ ਜਦੋਂ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਵਾਲ ਜਿਹੜੇ ਡਾਈ ਕਰਨੇ ਬੰਦ ਕਰ ਦਿੱਤੇ। ਮੈਂ ਬਿਲਕੁਲ ਚੇਂਜ ਹੋ ਗਈ। What was your husband's reaction? ਤੁਸੀਂ ਕੋਈ ਸਲਾਹ ਮਸ਼ਵਰਾ ਕਿਸੇ ਨਾਲ ਕੀਤਾ ਜਾਂ ਤੁਸੀਂ ਆਪਣੇ ਆਪ ਹੀ ਬਸ ਡਿਸਾਈਡ ਕਰ ਲਿਆ? ਮੈਂ ਉਹਨਾਂ ਨੂੰ ਪੁੱਛ ਲਿਆ ਸੀ। I said, ਮੁਹੰਮਦ, ਸਭ ਨੂੰ ਪ੍ਰੋਬਲਮ ਹੋ ਰਹੀ ਹੈ ਮੇਰੇ ਵਾਲਾਂ ਦੇ ਨਾਲ, ਤੁਹਾਨੂੰ ਪ੍ਰੋਬਲਮ ਹੈਗੀ ਆ? He's like, not at all. ਮੈਨੂੰ ਕੋਈ ਤੁਹਾਡੇ you look beautiful, ਪਹਿਲਾਂ ਵੀ ਤੁਸੀਂ ਮੈਨੂੰ ਸੋਹਣੇ ਲੱਗਦੇ ਸੀ, you look beautiful to me now. ਲੇਕਿਨ ਮੈਂ ਇੱਥੇ ਇੱਕ ਗੱਲ ਨੂੰ ਐਡਮਿਟ ਕਰਨਾ ਚਾਹੁੰਦੀ ਹਾਂ, ਜੋ ਕਿ ਸਾਡਾ ਪੇਟਰੀਆਰਕਲ ਕਲਚਰ ਹੈਗਾ। ਮੈਂ ਆਪਣੇ ਆਪ ਨੂੰ ਹੀ ਸੋਚਦੀ ਹਾਂ ਤੇ ਮੈਂ ਸਵਾਲ ਵੀ ਆਪਣੇ ਆਪ ਨੂੰ ਪੁੱਛਦੀ ਹਾਂ ਕਿ ਜੇ ਮੇਰਾ ਵਿਆਹ ਨਾ ਹੋਇਆ ਹੁੰਦਾ, ਮੈਨੂੰ ਇੱਕ ਪਾਰਟਨਰ ਨਾ ਮਿਲਿਆ ਹੁੰਦਾ, ਮੈਂ ਸਿੰਗਲ ਹੁੰਦੀ, ਤੇ ਕੀ ਮੇਰੇ ਵਾਸਤੇ ਇਹ ਕਦਮ ਚੁੱਕਣਾ ਆਸਾਨ ਹੋਣਾ ਸੀ? ਕੀ ਮੇਰੇ ਕੋਲ ਇੰਨੀ ਕਰਜ ਹੋਣੀ ਸੀ ਕਿ ਮੈਂ ਆਪਣੇ ਵਾਲਾਂ ਨੂੰ ਗ੍ਰੇ ਕਰਦੀ? ਮੇਬੀ ਮੈਂ ਸੋਚਦੀ, ਯਾਰ ਮੇਰਾ ਹਲੇ ਵਿਆਹ ਨਹੀਂ ਹੋਇਆ, ਹਲੇ ਮੈਨੂੰ ਕੋਈ ਪਾਰਟਨਰ ਨਹੀਂ ਮਿਲਿਆ, I have to fall in love, maybe I should wait, maybe I should keep following
the system. Maybe ਮੇਰਾ system ਚੋਂ ਨਿਕਲਣਾ ਇਸ ਕਰਕੇ ਮੇਰੇ ਲਈ ਆਸਾਨ ਸੀ because I do have a supportive partner. So I don't know, ਇਹਦਾ ਜਵਾਬ ਮੈਨੂੰ ਸ਼ਾਇਦ ਨਹੀਂ ਪਤਾ ਲੱਗੂਗਾ ਕਦੀ, ਲੇਕਿਨ ਕਹਿਣ ਦਾ ਮਕਸਦ ਇਹ ਹੈਗਾ ਕਿ ਇਹ ਸਾਡੀ ਸੁਸਾਇਟੀ ਨੇ ਸਾਡੇ ਉੱਤੇ ਬਹੁਤ ਜ਼ਿਆਦਾ ਕੰਟਰੋਲ ਰੱਖਿਆ, ਸਾਨੂੰ ਬਾਕਸਿਸ ਬਣਾ ਕੇ ਦਿੱਤੇ ਨੇ ਜਿਹਦੇ ਵਿੱਚ ਉਹ ਚਾਹੁੰਦੀ ਹੈ ਕਿ ਅਸੀਂ ਰਹੀਏ. So I don't know if ਮੇਰੀ ਜਿਹੜੀ escape ਹੋਈ ਹੈ, it's because I'm a brave person or is it because I have a partner who's accepting of me? I don't know. ਤੁਸੀਂ ਇਹ ਜਿਹੜੀ ਗੱਲ ਕੀਤੀ ਬਹੁਤ ਡੂੰਘੀ ਗੱਲ ਕੀਤੀ ਹੈ. ਤੁਸੀਂ ਕਿਹਾ ਕਿ ਜੇ ਮੈਂ ਵਿਆਹ ਹਜੇ ਨਾ ਕੀਤਾ ਹੁੰਦਾ, ਜਾਂ ਦੂਸਰੇ ਸ਼ਬਦਾਂ 'ਚ ਆਪਾਂ ਹੋਰ ਤਰ੍ਹਾਂ ਵੀ ਕਹਿ ਰਹੇ, ਜੇ ਮੇਰਾ ਹਾਲੇ ਵਿਆਹ ਨਾ ਹੋਇਆ ਹੁੰਦਾ. ਇਹ ਵੀ ਦੋ ਵੱਖਰੀਆਂ ਗੱਲਾਂ ਆ. ਇੱਕ ਮੈਂ ਹਾਲੇ ਵਿਆਹ ਨਾ ਕੀਤਾ ਹੁੰਦਾ, ਦੂਸਰਾ ਜੇ ਮੇਰਾ ਹਾਲੇ ਵਿਆਹ ਨਾ ਹੋਇਆ ਹੁੰਦਾ ਕੀ ਮੈਂ ਇਸ ਲੁੱਕ ਦੇ ਵਿੱਚ ਕੰਫਰਟੇਬਲ ਹੋਣਾ ਸੀ. ਸੰਭਾਵਨਾ ਇਹ ਵੀ ਬਣਦੀ ਆ ਕਿ ਤੁਸੀਂ ਇਕੱਲੇ ਨੂੰ ਜੇ ਇਸ ਲੁੱਕ ਨੂੰ ਰੱਖ ਲੈਂਦੇ, ਜਸਟੀਫਾਈ ਕਰਦੇ, ਦੱਸਦੇ ਜੀ ਇਹ ਮੇਰੇ ਨੈਚੁਰਲ ਆ, ਜਾਂ ਤੁਹਾਨੂੰ ਲੋਕ ਦੇਖਣ ਲੱਗੇ ਪੁੱਛਦੇ ਕਿ ਇਹ ਤੁਸੀਂ ਕਰਵਾਏ ਹੋਏ ਆ, ਪੋਸੀਬਲੀ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿੰਦੇ ਵੀ ਇਹ ਵੀ ਇੱਕ ਵਧੀਆ ਚੀਜ਼ ਹੈ ਕਿ ਹਾਂ ਮੈਂ ਇਹ ਕਲਰ ਕਰਵਾਇਆ ਹੈ, ਇਹ ਮੇਰਾ ਕੁਦਰਤੀ ਨਹੀਂ ਹੈ. ਵੈਲ ਮੈਂ ਤਾਂ ਤੁਹਾਡੀ ਇਸ ਗੱਲ ਦੀ ਦਾਦ ਦਿੰਦੀ ਹਾਂ, ਤੁਹਾਨੂੰ ਕੰਗਰੈਚੂਲੇਟ ਕਰਦੀ ਹਾਂ ਕਿ ਇਸ ਲੁੱਕ ਦੇ ਨਾਲ ਜਿੰਨਾ ਤੁਸੀਂ ਅੱਜ ਕੰਫਰਟੇਬਲ ਮਹਿਸੂਸ ਕਰ ਰਹੇ ਹੋ, ਤੁਸੀਂ ਸੋਹਣੇ ਲੱਗ ਰਹੇ ਹੋ, ਬਹੁਤ ਵਧੀਆ ਚੀਜ਼ ਹੈ. ਔਰ ਤੁਸੀਂ ਜਿਹੜੀ ਇਹ ਜਰਨੀ ਆ ਵਾਕਈ ਇਹ ਈਜ਼ੀ ਨਹੀਂ ਹੈ. ਹੁਣ ਗੱਲ ਕਰਨਾ ਚਾਹੁੰਦੀ ਹਾਂ ਤੁਹਾਡਾ ਜਿਹੜਾ ਦੂਸਰਾ ਇੱਕ ਹੋਰ ਰੋਲ ਹੈ, ਤੁਸੀਂ ਇੱਕ ਖਾਸ ਤਰ੍ਹਾਂ ਦੀ ਕਾਉਂਸਲਿੰਗ ਵੀ ਕਰਦੇ ਹੋ. ਥੋੜ੍ਹਾ ਜਿਹਾ ਮੈਨੂੰ ਉਹ ਸਾਡੇ ਸੁਣਨ ਵਾਲੇ ਉਹਦੇ 'ਚ ਵੀ ਇੰਟਰਸਟਿਡ ਹੋਣਗੇ ਕਿ ਜੇ ਸਾਈਮਨ ਆਜ ਇੰਨੇ ਈਜ਼ੀਲੀ ਇਸ ਤਰੀਕੇ ਦੇ ਨਾਲ ਆਪਣੇ ਲਈ ਡਿਸੀਜਨ ਬਣਾ ਸਕਦੀ ਆ, ਵਿਚਰ ਸਕਦੀ ਆ ਆਪਣੀ ਮਰਜ਼ੀ ਦੇ ਨਾਲ, ਜਿਸ ਲੁੱਕ ਦੇ ਨਾਲ ਉਹ ਕੰਫਰਟੇਬਲ ਹੈ, ਜਿਹਦੇ ਨਾਲ ਮੋਸਟ ਆਫ ਦਾ ਪੀਪਲ ਅਨਕੰਫਰਟੇਬਲ ਹੈਗੇ ਆ, ਤਾਂ ਇਹ ਜਿਹੜੇ ਲੋਕ ਇਹਨਾਂ ਦੇ ਨਾਲ ਬੈਠਦੇ ਉੱਠਦੇ ਹੋਣਗੇ ਜਾਂ ਕਾਉਂਸਲਿੰਗ ਲੈਂਦੇ ਹੋਣਗੇ, ਉਹ ਕਿਹੋ ਜਿਹੀ ਜ਼ਰੂਰਤ ਦੇ ਵਿੱਚ ਹੋਣਗੇ ਅਤੇ ਸਾਇਮਾ ਕੀ ਕਰਦੀ ਹੋਏਗੀ ਉਹਨਾਂ ਦੇ ਲਈ. ਥੋੜ੍ਹਾ ਜਿਹਾ ਉਹ ਸਪੈਸੀਫਿਕ ਜਿਹੜੀ ਕੈਟੇਗਰੀ ਤੁਸੀਂ ਡੀਲ ਕਰਦੇ ਹੋ ਉਹਦੇ ਬਾਰੇ ਦੱਸੋ. Sure. So professionally, I'm a professional counselor. So ਮੇਰੀ ਜੋ education ਹੈਗੀ ਆ ਉਹ counseling ਦੇ ਵਿੱਚ ਆ. So counseling ਦੇ ਵਿੱਚ psychology ਆ ਜਾਂਦੀ ਆ, ਤੇ ਮੇਰੀ ਜਿਹੜੀ field ਹੈਗੀ ਉਸ ਦਾ ਨਾਂ ਹੈਗਾ transpersonal psychology, ਜੋ ਕਿ ਕਾਫੀ ਇੱਕ ਨਵੀਂ field ਹੈਗੀ ਆ. ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਸੀਂ psychology ਤੇ spirituality ਨੂੰ ਜੋੜ ਦਿੰਦੇ ਜੇ, ਜਿੱਥੇ ਉਹ cross ਕਰਦੀ ਹੈ, ਉਹਨੂੰ ਅਸੀਂ transpersonal ਕਹਿੰਦੇ ਆ. So ਬੇਸਿਕਲੀ ਜਿਸ ਤਰ੍ਹਾਂ ਮੈਂ ਉਹਨੂੰ ਦੇਖਦੀ ਹਾਂ, ਸਾਡੀ ਜਿਹੜੀ ਮਾਈਂਡ ਆ ਸਾਈਕੋਲੋਜੀ ਤੇ ਜਿਹੜਾ ਸਾਡਾ ਦਿਲ ਹੈਗਾ, ਜਿਹਨੂੰ ਮੈਂ ਰੂਹਾਨੀ ਕਹਿ ਸਕਦੀ ਹਾਂ, ਸਪਿਰਿਚੁਅਲ ਕਹਿ ਸਕਦੀ, ਜਿੱਥੇ ਉਹ ਦੋਵੇਂ ਮਿਲਦੇ ਨੇ ਉੱਥੇ ਇਹ ਫੀਲਡ ਸ਼ੁਰੂ ਹੁੰਦੀ ਹੈ. ਐਂਡ ਸੋ ਜਦੋਂ ਮੈਂ ਕਾਉਂਸਲਿੰਗ ਕਰਦੀ ਹਾਂ, ਮੇਰੀ ਆਈ ਹੈਵ ਅ ਪ੍ਰਾਈਵੇਟ ਪ੍ਰੈਕਟਿਸ ਐਜ਼ ਵੈਲ, ਜਿਹਦੇ ਵਿੱਚ ਅਸੀਂ ਯੂਥ ਐਂਡ ਫੈਮਿਲੀ ਥੈਰੇਪੀ ਦੇ ਉੱਤੇ ਮੈਂ ਫੋਕਸ ਕਰਦੀ ਹਾਂ, ਐਂਡ ਉਹ ਹਮੇਸ਼ਾ ਇਸ ਰੈਲਮ ਦੇ ਵਿੱਚ ਹੁੰਦੀ ਹੈ. ਸੋ ਉਹਦੇ ਵਿੱਚ ਫੈਮਿਲੀ ਸਿਸਟਮ ਥਿਊਰੀਜ਼ ਵੀ ਚੱਲਦੀਆਂ ਨੇ. ਉੱਥੇ ਅਸੀਂ ਤੁਹਾਡੇ ਜਿਹੜੀ अर्ਲੀ ਚਾਈਲਡਹੁੱਡ ਦੇ ਟਰਾਮਾਜ਼ ਨੇ, ਟਰਾਮਾ ਬੇਸ, ਸਾਰਾ ਅਸੀਂ ਕਵਰ ਕਰਦੇ ਹਾਂ. ਉਹਦੇ ਨਾਲ ਦੇ ਨਾਲ ਅਸੀਂ ਤੁਹਾਡੀ ਰੂਹ ਨੂੰ ਲੈ ਕੇ ਵੀ ਚੱਲਦੇ ਹਾਂ, ਬਿਕਾਜ਼ ਮੰਨਿਆ ਜਾਂਦਾ ਹੈਗਾ ਕਿ ਅਸੀਂ ਕਿਸੇ ਮਕਸਦ ਵਾਸਤੇ ਇੱਥੇ ਆਏ ਹੈਗੇ ਆ, ਐਂਡ ਸਾਡਾ ਪਰਪਸ ਹੈਗਾ ਉਹ ਮਕਸਦ ਨੂੰ ਲੱਭਣਾ ਐਂਡ ਉਹਨੂੰ ਫੁਲਫਿਲ ਕਰਨਾ. ਐਂਡ ਜਦੋਂ ਇਨਸਾਨ ਉਹ ਆਪਣੇ ਪਰਪਸ ਨੂੰ ਫੁਲਫਿਲ ਨਹੀਂ ਕਰ ਸਕਦਾ ਤੇ ਕਾਫੀ ਪ੍ਰੋਬਲਮਸ ਆਉਂਦੀਆਂ ਹੈਗੀਆਂ ਨੇ. ਸੋ ਇਹਨਾਂ ਦੋਵਾਂ ਨੂੰ ਚੀਜ਼ਾਂ ਨੂੰ ਲੈ ਕੇ ਅਸੀਂ ਚੱਲਦੇ ਹਾਂ. ਸੋ ਇਟਸ ਅ ਵੈਰੀ ਮੈਨੂੰ ਤੇ ਦ ਵਰਡ ਆਈ ਯੂਜ਼ ਇਟਸ ਵੈਰੀ ਮੈਜੀਕਲ, ਲਾਈਕ ਦਿਸ ਰੈਲਮ ਜਿੱਥੇ ਸਾਈਕੋਲੋਜੀ ਤੇ ਸਪਿਰਿਚੁਅਲਿਟੀ ਮਿਲ ਜਾਂਦੀ ਹੈ, ਤੁਹਾਡਾ ਦਿਲ ਤੇ ਦਿਮਾਗ ਮਿਲ ਜਾਂਦਾ ਹੈ. ਸੋ ਦੈਟਸ ਮਾਈ ਫੀਲਡ. ਸੋ ਸਾਇਮਾ, ਬਹੁਤ ਸਾਰੀਆਂ ਤੁਸੀਂ ਗੱਲਾਂ ਬਾਤਾਂ ਕੀਤੀਆਂ, ਕੁਝ ਆਪਣੀਆਂ ਪਰਸਨਲ ਕੀਤੀਆਂ, ਕੁਝ ਤੁਸੀਂ ਐਜੂਕੇਸ਼ਨ ਦੇ ਫੀਲਡ ਦੇ ਨਾਲ ਜਿਹੜੀਆਂ ਤੁਸੀਂ ਚੇਂਜਿਸ ਚਾਹੁੰਦੇ ਹੋ ਉਹ ਸ਼ੇਅਰ ਕੀਤੀਆਂ, ਅਤੇ ਖਾਸ ਕਰਕੇ ਇਹ ਜਿਹੜਾ ਤੁਹਾਡਾ ਆਪਣਾ ਪਰਸਨਲ ਐਕਸਪੀਰੀਅੰਸ ਹੈ, ਜਿਹੜਾ ਬਹੁਤ ਲੋਕ ਜਿਹਦੇ ਨਾਲ ਕੋ ਰਿਲੇਟ ਕਰਨਗੇ, ਉਹਦੇ ਬਾਰੇ ਵੀ ਤੁਸੀਂ ਦਿਲ ਖੋਲ੍ਹ ਕੇ ਗੱਲਬਾਤ ਕੀਤੀ. ਹੋਰ ਕੋਈ ਇਹੋ ਜਿਹੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰ ਨਾ ਸਕੀ ਹੋਵਾਂ ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਦੇ ਨਾਲ ਕਰਨੀ ਚਾਹੋ, ਖਾਸ ਕਰਕੇ ਔਰਤਾਂ ਦੇ ਲਈ? Yeah, I think journey, I'm 40 years old, so I'm not ਇੰਨੇ ਅਸੀਂ young ਵੀ ਨਹੀਂ ਹੈਗੇ ਇੰਨੇ. ਹੁਣ ਅਸੀਂ ਮੇਰੀ birthday just a couple of Tuesday ਨੂੰ ਮੇਰੀ birthday ਸੀਗੀ, on the 11th of January. ਮੁਬਾਰਕਾਂ ਤੁਹਾਨੂੰ, belated happy birthday. So ਹੁਣੇ ਮੈਂ 40 years complete ਕੀਤੇ ਨੇ, ਐਂਡ ਮੈਂ ਸੋਚ ਰਹੀ ਸੀ ਕਿ ਯਾਰ 40 ਸਾਲਾਂ ਦੇ ਵਿੱਚ ਅਸੀਂ ਸਿੱਖਿਆ ਕੀ, ਕਮਾਇਆ ਕੀ, ਕੀਤਾ ਕੀ, ਐਂਡ ਅੱਗੇ ਕੀ ਕਰਨਾ ਹੈਗਾ, ਕਿਉਂਕਿ 40 is a big year, right? So ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ the first 40 ਜਿਹੜਾ ਪਹਿਲਾ ਫੇਜ਼ ਮੇਰੀ ਲਾਈਫ ਦਾ ਰਿਹਾ ਹੈਗਾ, ਉਹਦੇ ਵਿੱਚ ਕਾਫੀ ਜਦੋਜਹਿਦ ਕੀਤੀ, ਬਿਜ਼ਨਸ ਸ਼ੁਰੂ ਕੀਤਾ, ਬਿਜ਼ਨਸ ਇਸਟੈਬਲਿਸ਼ ਕੀਤਾ, ਆਪਣੀ ਇੱਕ ਪਹਿਚਾਣ ਬਣਾਈ. ਐਂਡ what I realized is ਕਿ ਇਹ ਜਰਨੀ ਦੇ ਵਿੱਚ ਨਾ ਇੱਕ ਗੱਲ ਹੈਗੀ ਹੈ ਕਿ ਤੁਸੀਂ ਇਕੱਲੇ ਨਹੀਂ ਕਰ ਸਕਦੇ. It's not possible ਕਿ ਮੈਂ ਸਾਰਾ ਕੁਛ ਕਰ ਦੂੰਗੀ.
ਜਦੋਂ ਵੀ ਮੈਂ ਆਪਣੀ ਲਾਸਟ 40 ਇਅਰਸ ਬਾਰੇ ਸੋਚਦੀ ਹਾਂ, ਪਾਰਟਿਕੂਲਰਲੀ ਲਾਸਟ 20 ਇਅਰਸ ਦੇ ਬਾਰੇ ਸੋਚਦੀ ਹਾਂ, ਤੇ ਕੋਈ ਨਾ ਕੋਈ ਹਮੇਸ਼ਾ ਮੇਰੀ ਮਦਦ ਕਰਨ ਵਾਸਤੇ ਆਇਆ ਸੀ। ਬਟ ਐਜ਼ ਅ ਵੂਮਨ ਆਈ ਕੈਨ ਟੈਲ ਯੂ ਕਿ ਮੇਰੀ ਜਿਹੜੀ ਸਭ ਤੋਂ ਜ਼ਿਆਦਾ ਸਕਸੈਸ ਰਹੀ ਆ, ਉਹ ਪਹਿਲਾਂ ਮੈਨੂੰ ਆਪਣੇ ਆਪ ਨੂੰ ਯੈਸ ਕਹਿਣਾ ਪਿਆ। ਯੈਸ ਆਈ ਕੈਨ ਡੂ ਦਿਸ, ਯੈਸ ਆਈ ਵਾਂਟ ਦਿਸ। ਜਦੋਂ ਤੁਸੀਂ ਆਪਣੇ ਆਪ ਨੂੰ ਯੈਸ ਕਹਿ ਦਿੰਦੇ ਜੇ, ਤੇ ਫਿਰ ਕਾਇਨਾਤ ਸਾਰੇ ਜ਼ਰੀਏ ਖੋਲ ਦਿੰਦੀ ਹੈ। ਕੋਈ ਹੈਲਪ ਕਰਨ ਲਈ ਆ ਜਾਂਦਾ ਹੈ, ਤੇ ਕੋਈ ਰਸਤਾ ਬਣਾਉਣ ਵਾਸਤੇ ਆ ਜਾਂਦਾ ਹੈਗਾ। ਸੋ ਆਈ ਵੁੱਡ ਲਾਈਕ ਟੂ ਇਫ ਦੇਰਸ ਐਨੀ ਵੂਮਨ ਜੋ ਸਾਡੇ ਸੁਣ ਰਹੇ ਨੇ, ਕੋਈ ਯੰਗ ਗਰਲਸ ਸੁਣ ਰਹੀਆਂ ਨੇ, ਯੂਥ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇਹੀ ਕਹੂੰਗੀ ਕਿ ਆਪਣੀਆਂ ਜਿਹੜੀਆਂ ਤੁਹਾਡੀਆਂ ਖੁਆਇਸ਼ਾਂ ਨੇ, ਆਪਣੀ ਜਿਹੜੀ ਤੁਹਾਡੀ ਕੋਈ ਡ੍ਰੀਮਸ ਨੇ, ਕੋਈ ਗੋਲਸ ਨੇ, ਉਹਨੂੰ ਯੈਸ ਕਹੋ। You have to say yes first. ਇਹ ਨਹੀਂ ਕਿ ਪਹਿਲਾਂ ਬਾਹਰਲਾ ਕੋਈ ਯੈਸ ਮੈਨੂੰ ਕਹੇਗਾ ਤੇ ਫਿਰ ਮੈਂ ਆਪਣੇ ਆਪ ਨੂੰ ਕਵਾਂਗੀ। You have to listen to that voice and you have to say yes, and then ਬਾਹਰ ਦੇ ਲੋਕ ਤੁਹਾਨੂੰ ਯੈਸ ਕਰਨਾ ਸ਼ੁਰੂ ਕਰ ਦੇਣਗੇ। So that's been my biggest thing ਕਿ ਆਪਣੇ ਆਪ ਬਾਰੇ ਸੋਚ, like learn about yourself. The journey is always inwards. ਸੈਲਫ ਅਵੇਅਰਨੈਸ ਦੀ ਕਮੀ ਆ ਸਾਡੇ ਅੰਦਰ। ਸੈਲਫ ਅਵੇਅਰਨੈਸ ਦੀ ਅਸੀਂ ਸਭ ਤੋਂ ਪਹਿਲਾਂ ਬਾਹਰਲੇ ਲੋਕਾਂ ਬਾਰੇ ਅਵੇਅਰ ਹੁੰਦੇ ਹਾਂ ਕਿ ਉਹ ਕੀ ਚਾਹੁੰਦੇ ਆ, ਕੀ ਸਾਡੇ ਵਿੱਚ ਪਸੰਦ ਕਰ ਰਹੇ ਆ, ਨਾ ਪਸੰਦ ਕਰ ਰਹੇ ਆ। ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਵੈਲੀਡੇਟ ਕਰਦੇ ਹੋਏ ਅੱਗੇ ਵਧਣਾ ਸ਼ੁਰੂ ਕਰ ਦਿੰਦੇ ਹਾਂ। ਪਰ ਸਾਡਾ ਸੈਟਿਸਫੈਕਸ਼ਨ ਦਾ ਜਿਹੜਾ ਲੈਵਲ ਆ ਉਹ ਖਤਮ ਹੁੰਦਾ ਜਾਂਦਾ। ਅਖੀਰ 'ਤੇ ਇੱਕ ਮੋੜ 'ਤੇ ਆਪਾਂ ਖੜ੍ਹ ਜਾਂਦੇ ਉੱਥੇ ਆ ਕੇ, ਜਿੱਥੇ ਸਾਨੂੰ ਇਹੀ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਅਸੀਂ ਆਏ ਕਿੱਥੋਂ ਆ, ਅਸੀਂ ਜਾਣਾ ਕਿੱਧਰ ਨੂੰ ਆ, ਤੇ ਅਸੀਂ ਕੌਣ ਆ, ਸਾਡੀ ਸ਼ਨਾਖਤ ਕੀ ਹੈਗੀ ਆ। ਐਗਜ਼ੈਕਟਲੀ ਸਾਡੇ ਮੇਰੇ ਮਦਰ ਜੀ ਮੈਂ ਪੁੱਛਦੀ ਹੁੰਦੀ ਸੀਗੀ, ਮਮ ਤੁਹਾਡੀਆਂ ਕੀ ਖੁਆਇਸ਼ਾਂ ਸੀ ਜੋ ਤੁਸੀਂ ਛੋਟੇ ਸੀ? ਉਹਨਾਂ ਨੂੰ ਓਨੈਸਟਲੀ ਪਤਾ ਵੀ ਨਹੀਂ ਸੀ। ਉਹ ਸਾਡੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਇੰਨੀ ਕੱਟਤੀ। ਹੁਣ ਮੇਰੇ ਦਾਦੀ ਜੀ ਮੇਰੇ ਨਾਲ ਰਹਿੰਦੇ ਆ, ਮੈਂ ਉਹਨਾਂ ਨੂੰ ਪੁੱਛਦੀ ਸੀ ਤੁਸੀਂ ਛੋਟੇ ਸੀ ਤੁਹਾਡੀਆਂ ਕੀ ਡ੍ਰੀਮਸ ਹੁੰਦੀਆਂ ਸੀ, ਤੁਸੀਂ ਕੀ ਬਣਨਾ ਚਾਹੁੰਦੇ ਸੀ? ਐਂਡ ਸ਼ੀ ਲੁਕਸ ਐਟ ਮੀ ਵਿਦ ਸੱਚ ਬਲੈਂਕ ਆਈਜ਼। ਔਰ ਜਾਂ ਪੁੱਛੋ ਤੁਹਾਡਾ ਫੇਵਰਟ ਖਾਣਾ ਕੀ ਹੈ, ਤੁਹਾਡਾ ਫੇਵਰਟ ਕਲਰ ਕੀ ਹੈ? ਕਦੇ ਸੋਚਿਆ ਹੀ ਨਹੀਂ, ਆਪਣੇ ਲਈ ਸੋਚਿਆ ਨਹੀਂ ਕਦੇ। ਸੋ ਆਈ ਥਿੰਕ ਉਹ ਸੋਚ ਬਹੁਤ ਇੰਪੋਰਟੈਂਟ ਹੈ ਨਵਜੋਤ, ਬਿਕਾਜ਼ ਆਈ ਥਿੰਕ ਅਸੀਂ ਆਪਣੇ ਆਪ ਨੂੰ ਬਿਲਕੁਲ ਮਿਟਾ ਦਿੰਦੇ ਹਾਂ। We erase ourselves, and I don't think that's healthy. And so ਇਹ ਮੇਰਾ ਤੇ ਮੈਸੇਜ ਸਭ ਔਰਤਾਂ ਨੂੰ ਇਹੀ ਹੈਗਾ ਕਿ ਆਪਣੀ ਸ਼ਨਾਖਤ ਨੂੰ ਮਿਟਾਓ ਮਤ, ਬਿਕਾਜ਼ ਤੁਹਾਨੂੰ ਲੱਗਦਾ ਹੈਗਾ ਕਿ ਇੱਕ ਮਾਂ ਦੀ ਜਰਨੀ ਇਹ ਹੈਗੀ ਹੈ ਸੈਕਰੀਫਾਈਸ ਕਰਨਾ, ਬਟ I don't think so. I think ਤੁਸੀਂ ਇੱਕ ਬੈਟਰ ਮਦਰ ਬਣ ਸਕਦੇ ਜੇ ਜਦੋਂ ਤੁਸੀਂ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਜਾਣਦੇ ਜੇ ਤੇ ਪਛਾਣਦੇ ਜੇ। ਚੱਕਰ ਇਹੀ ਹੈ ਸਹਿਮਾ, ਮੈਂ ਤੁਹਾਡੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਔਰਤਾਂ ਖਾਸ ਕਰਕੇ ਜਿਹੜੀਆਂ ਆਪਣੀ ਅੱਜ ਦੀ ਇਹ ਗੱਲਬਾਤ ਸੁਣ ਰਹੀਆਂ ਨੇ, ਅਸੀਂ ਆਪਣੀ ਪਹਿਚਾਣ ਕਦੇ ਬੇਟੀ ਦੇ ਤੌਰ ਦੇ ਉੱਤੇ, ਕਦੇ ਭੈਣ ਦੇ ਤੌਰ ਦੇ ਉੱਤੇ, ਕਦੀ ਪਤਨੀ ਦੇ ਤੌਰ ਦੇ ਉੱਤੇ ਜਾਂ ਮਾਂ ਦੇ ਤੌਰ ਦੇ ਉੱਤੇ ਹੀ ਆਪਾਂ ਆਪਣੇ ਆਪ ਨੂੰ ਪਹਿਚਾਣਿਆ। ਪਰ ਜੇ ਅਸੀਂ ਉਸ ਤੋਂ ਉਰਾਂ ਅੰਦਰ ਵੱਲ ਨੂੰ ਦੇਖੀਏ ਕਿ ਵੀ ਮੈਂ ਕੀ ਹਾਂ, ਮੈਨੂੰ ਚਾਹੀਦਾ ਕੀ ਹੈ, ਤਾਂ ਅਸੀਂ ਜ਼ਿਆਦਾ ਬਿਹਤਰ ਤਰੀਕੇ ਨਾਲ ਆਪਣੇ ਆਪ ਨੂੰ ਪਹਿਚਾਣ ਸਕਦੇ ਹਾਂ। ਮੈਂ ਕਾਲਰਸ ਨੂੰ ਸ਼ਾਮਿਲ ਨਹੀਂ ਸੀ ਕਰ ਰਹੀ, ਮੈਨੂੰ ਲੱਗਦਾ ਕਿ ਸਾਡੇ ਇੱਕ ਰੈਗੂਲਰ ਕਾਲਰ ਨੇ ਸੁਖਵੰਤ ਕੌਰ ਜੀ, ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਅਤੇ ਆਪਾਂ ਲੈ ਲੈਂਦੇ ਉਹਨਾਂ ਨੂੰ ਨਾਲ। ਹਾਂਜੀ ਸੁਖਵੰਤ ਜੀ ਆਏ ਨੂੰ। ਸੁਖਵੰਤ ਜੀ ਤੁਸੀਂ ਔਨ ਏਅਰ ਹੋ ਜੀ। ਤੁਹਾਨੂੰ ਤੇ ਸਾਇਮਾ ਨਾਜ਼ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਨਾ ਨਵਜੋਤ ਜੀ, ਪਹਿਲਾਂ ਤੇ ਇਹਨਾਂ ਨੂੰ ਇਹਨਾਂ ਦੇ ਜਨਮ ਦਿਨ ਦੀ, ਇਹਨਾਂ ਦੇ ਪ੍ਰੈਗਨੈਂਟ ਹੋਣ ਤੇ ਬੜੇ ਅੱਛੇ ਐਜੂਕੇਸ਼ਨਿਸਟ ਨੇ, ਬਹੁਤ ਵਧਾਈਆਂ ਇਹਨਾਂ ਨੂੰ, ਬਹੁਤ ਬਹੁਤ ਵਧਾਈਆਂ। ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਨਾ ਸਾਇਮਾ ਨਾਜ਼ ਜੀ ਨੂੰ ਅੱਗੇ ਵੀ ਨਾ, ਉਦੋਂ ਤੁਹਾਡੇ ਰੇਡੀਓ ਦਾ ਨਾਂ ਕੁਝ ਹੋਰ ਹੁੰਦਾ ਸੀ ਬੜੇ ਸਾਲ ਪਹਿਲੋਂ, ਇਹਨਾਂ ਨੇ ਨਾ ਨਵਾਂ ਉਦੋਂ ਆਪਣਾ ਸੈਂਟਰ ਸਰੀ ਦੇ ਵਿੱਚ ਸ਼ੁਰੂ ਕੀਤਾ ਸੀ ਬੱਚਿਆਂ ਦਾ। ਉਦੋਂ ਇਹਨਾਂ ਨੂੰ ਸੁਣਿਆ ਸੀ ਤੇ ਇਹ ਬਹੁਤ ਹੀ ਅੱਛੇ ਨੇ ਸਾਇਮਾ ਜੀ। ਇਹਨਾਂ ਦੇ ਵਿਚਾਰ ਬੜੇ ਅੱਛੇ ਨੇ, ਬੜੀ ਸਮਝਦਾਰ ਲੜਕੀ ਹੈ। ਇਹਨਾਂ ਨੂੰ ਮਜ਼ਾ ਆਉਂਦਾ ਇਹਨਾਂ ਨੂੰ ਸੁਣ ਕੇ। ਤੇ ਇਹ ਮਤਲਬ ਇਹਨਾਂ ਨੇ ਇੰਨਾ, ਮੈਨੂੰ ਯਾਦ ਹੈ ਸ਼ਾਇਦ ਉਹ ਮਤਲਬ ਇਹ ਨਿਸ਼ਾਨੀ ਹੈ ਮੈਨੂੰ ਕਿ ਇਹਨਾਂ ਦੀ ਉਦੋਂ ਨਾ ਨਵੀਂ ਸ਼ਾਇਦ ਮੈਰਿਜ ਹੋਈ ਸੀ। ਇਹਨਾਂ ਨੇ ਨਾ ਉਦੋਂ ਇਹਨਾਂ ਦੇ ਹਸਬੈਂਡ ਆਸਟ੍ਰੇਲੀਆ 'ਚ ਸੀਗੇ, ਉਹਨਾਂ ਨੇ ਫਿਰ ਇੱਥੇ ਪਤਾ ਨਹੀਂ ਉਹ ਮੂਵ ਕਰ ਗਏ ਹੋਣਗੇ ਜਾਂ ਇਹ ਜਾਂਦੇ ਹੁੰਦੇ ਸੀ ਉਦੋਂ ਇਹਨਾਂ ਨੂੰ ਮਿਲਣ। ਉਹੀ ਸਾਇਮਾ ਨਾਜ਼ ਨੇ। ਮੈਨੂੰ ਇਹਨਾਂ ਦੀ ਆਵਾਜ਼ ਸੁਣ ਕੇ ਤੇ ਯਾਦ ਆਇਆ, ਮੈਂ ਕਿਹਾ ਮੈਂ ਉਹਨਾਂ ਨੂੰ ਅੱਜ ਮੁਬਾਰਕ ਦੇਵਾਂ ਕਿ ਉਹ ਮਾਂ ਬਣਨ ਵਾਲੇ ਨੇ। ਇਹੀ ਬਿਹਤਰ ਦੱਸ ਸਕਦੇ ਨੇ ਸਾਇਮਾ ਜੀ। ਸ਼ੁਕਰੀਆ ਸੁਖਵੰਤ ਜੀ ਤੁਹਾਡਾ ਬਹੁਤ ਬਹੁਤ ਕਾਲ ਕਰਨ ਲਈ। ਥੈਂਕ ਯੂ ਸੋ ਮਚ। That's so nice of her. Yes, same person. Thank you. ਦੇਖ ਲਓ ਵੀ ਕਿਸੇ ਦੀਆਂ ਗੱਲਾਂ ਯਾਦ ਰਹਿ ਜਾਂਦੀਆਂ ਕਿਸੇ ਨੂੰ, ਆਪਣੇ ਆਪ ਯਾਦ ਰਹਿਣ ਦੇ ਨਾਲ ਨਾਲ ਉਹ ਤੁਹਾਨੂੰ ਯਾਦ ਕਰਦੇ ਵੀ ਹੈਗੇ ਆ
ਤੇ ਕੁਦਰਤੀ ਤੌਰ ਤੇ ਤੁਸੀਂ ਯਾਦ ਵੀ ਆਉਂਦੇ ਹੋ। ਸੋ ਅੱਜ ਵੀ ਇਹ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੇ ਲਈ ਸਾਇਮਾ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਤੇ ਆਲੀਆ ਤੁਸੀਂ ਨਾਮ ਦੱਸਿਆ ਹੈ ਨਾ, ਬੇਟੀ ਦਾ ਨਾਮ Yes. ਆਲੀਆ ਰੱਖਣ ਜਾ ਰਹੇ ਹੋ ਤੁਸੀਂ। Inshallah. ਆਲੀਆ ਦਾ ਕੀ ਮੀਨਿੰਗ ਹੁੰਦਾ? Alia, it's actually Ali to Alia. So Alia ਮੈਨੂੰ ਸਾਨੂੰ ਸੀਗਾ ਦੋ ਕਿ ਅਗਰ ਬੇਟਾ ਹੋਇਆ ਤੇ ਅਲੀ ਤੇ ਬੇਟੀ ਹੋਈ ਤੇ ਆਲੀਆ, ਪਰ ਆਲੀਆ is somebody with high taste, ਮਤਲਬ ਕਿ you know the highest. So ਅਸੀਂ ਆਲਾ ਤੋਂ ਤੁਸੀਂ ਆਲੀਆ ਕਹਿ ਸਕਦੇ ਜੇ। ਹਾਂਜੀ, ਮੁਬਾਰਕਾਂ ਦਿੰਦੇ ਹਾਂ ਤੁਹਾਨੂੰ। ਆਲੀਆ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਤੇ ਖੁਸ਼ੀਆਂ ਭਰਿਆ ਸਮਾਂ ਤੁਹਾਡੇ ਲਈ ਆਵੇ। ਬਹੁਤ ਬਹੁਤ ਸ਼ੁਕਰੀਆ ਸਮਾਂ ਕੱਢਣ ਲਈ। I mean, thank you so much, Navjot. Take very good care of yourself, and I really enjoyed the conversation. ਥੈਂਕ ਯੂ ਸੋ ਮਚ। ਥੈਂਕ ਯੂ। ਗੁੱਡ ਲੱਕ। ਇਹ ਸੰਜੀ ਸਾਇਮਾ ਨਾਜ਼ ਇਹਨਾਂ ਦੇ ਨਾਲ ਅੱਜ ਦੀ ਮੁਲਾਕਾਤ ਇੰਨੀ ਹੀ।